सतनाम वाहिगुरु साहिब जी। कंचन स्यो पाइए नहीं तोल, मन दे राम लिया है मोल। अब मोहे राम अपना कर जाने सहज सुभाए मेरा मन माने। ब्रह्म कथ कथ अंत न पाया, राम भगत बैठे घर आया। कहो कबीर चंचल मत त्यागी, केवल राम भगत निज भागी। बेसुमार अथाह अगनत अतुलै, जो बुलावो त्यो नानक दास बोले। सतनाम वाहिगुरु साहिब जी। कबीर मानस जन्म दुलंभ है, होए न बारे बार। ज्यो बन फल पाके पोए गिरहे, बहुर न लागहे डार। कबीरा तुही कबीर तू, तेरो नाओ कबीर। राम रतन तब पाइए, जो पहले तजहे शरीर। कबीर चहुँख ना चहुँखिए, तुमरो कहयो ना होए। कर्म करीम जो कर रहे, मेट न सकै कोई। कर्म करीम जो कर रहे, मेट न सकै कोई। वाहिगुरु जी का खालसा, वाहिगुरु जी की फतेह। धन धन सतगुरु गुरु गरीब निवाज पतित पावन भगत वशल कृपा निध दया निध सतगुरु श्री गुरु ग्रंथ साहिब जी दीन दयाल पातशाह, तिन्हां दी अपार मेहरामत है, दया बख्शिश है, जो सतगुरु साहिब जी ने सानू सब नूं अपनी मेहर भरी नदर दे नाल निवाजिश करके अपनी पावन पवित्र हजूरी दे विच सतसंगत रूप विच जुड़ बैठ के अपने मनुखा जीवन नूं सफल करन दा
ਸਕਾਰਥ ਕਰਨ ਦਾ ਅਵਸਰ ਬਖਸ਼ਿਸ਼ ਕਰਕੇ ਨਿਵਾਜਿਆ ਹੈ ਜੀ। ਸਤਿਗੁਰੂ ਕੀ ਬਖਸ਼ਿਸ਼ ਨੂੰ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੁਆਰਾ ਮਾਨਣ ਦਾ ਯਤਨ ਕਰ ਰਹੇ ਸਾਂ। ਸਤਿਗੁਰੂ ਸਾਹਿਬ ਦੀ ਬਾਣੀ ਦੇ ਅੰਤਰਗਤ ਬਖਸ਼ਿਸ਼ ਕਰਦੇ ਹਨ। ਸਾਵਣ ਸਰਸੀ ਕਾਮਣੀ ਗੁਰ ਸ਼ਬਦੀ ਵਿਚਾਰ। ਭਾਵ ਕਿ ਜਿਵੇਂ ਪ੍ਰਕਿਰਤੀ ਦੇ ਵਿੱਚ ਹਰਿਆਵਲ ਉਦੋਂ ਵਰਤਦੀ ਹੈ ਜਦੋਂ, ਜਾਂ ਜਲ ਥਲ ਉਦੋਂ ਹੁੰਦੀ ਹੈ ਜਦੋਂ ਸਾਵਣ ਦਾ ਆਗਮਨ ਹੁੰਦਾ ਹੈ, ਵਰਖਾ ਦਾ ਆਗਮਨ ਹੁੰਦਾ ਹੈ। ਰੁੱਖਾਂ 'ਤੇ ਨਵਾਂ ਜੀਵਨ ਉਦੋਂ ਪਨਪਦਾ ਹੈ ਜਦੋਂ ਬਸੰਤ ਰਿਤੂ ਦਾ ਆਗਮਨ ਹੁੰਦਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਮਨੁੱਖ ਦੇ ਜੀਵਨ ਵਿੱਚ ਜਿਹੜਾ ਸਦਾ ਵਿਕਾਸ ਹੈ ਜਾਂ ਉਹਦੇ ਆਤਮਿਕ ਤੌਰ 'ਤੇ ਸੰਪੂਰਨ ਖੇੜਾ ਹੈ, ਉਹ ਗੁਰੂ ਕੇ ਸ਼ਬਦ ਦੀ ਵਿਚਾਰ ਨਾਲ ਪੈਦਾ ਹੋਏਗਾ। ਗੁਰੂ ਕੇ ਸ਼ਬਦ ਦੀ ਵਿਚਾਰ ਨਾਲ ਕਿਵੇਂ ਪੈਦਾ ਹੋਏਗਾ ਕਿ ਗਿਆਨ ਦੇ ਸਹਿਤ ਪਹਿਲਾਂ ਰੌਸ਼ਨ ਕਰਮਾਂ ਦੀ ਸੋਝੀ ਹੋਏਗੀ। ਜਦੋਂ ਉਹਨਾਂ ਰੌਸ਼ਨ ਕਰਮਾਂ ਨੂੰ ਆਪਣੇ ਜੀਵਨ ਦੇ ਖੇਤ ਵਿੱਚ ਬੀਜਿਆ ਜਾਏਗਾ ਤਾਂ ਉਸ ਸ਼ੁੱਧ ਬੀਜਾਂ ਤੋਂ, ਸੁੰਦਰ ਬੀਜਾਂ ਤੋਂ ਸੁੰਦਰ ਫਲ ਦਾ ਨਿਰਮਾਣ ਹੋਏਗਾ। ਅਤੇ ਜਦੋਂ ਸੁੰਦਰ ਫਲ ਦਾ ਨਿਰਮਾਣ ਹੋਏਗਾ, ਉਹਦੇ ਵਿੱਚੋਂ ਚੱਖਿਆ ਜਾਣ ਵਾਲਾ ਜਿਹੜਾ ਅਨੁਭਵ ਹੈ ਉਹ ਅਤੀ ਮਿਠਾਸ ਭਰਿਆ, ਪਰਮ ਰਸ ਭਰਿਆ ਹੋਏਗਾ ਅਤੇ ਜੀਵਨ ਦੇ ਵਿੱਚ ਮਹਾ ਆਨੰਦ ਬਣੇਗਾ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਸਾਵਣ ਸਰਸੀ ਕਾਮਣੀ ਗੁਰ ਸ਼ਬਦੀ ਵਿਚਾਰ, ਕਿ ਜਿਹੜੇ ਗੁਰ ਸ਼ਬਦ ਦੇ ਵਿਚਾਰ ਨਾਲ ਆਪਣੇ ਜੀਵਨ ਦੀ ਸਾਰੀ ਕਿਰਿਆ ਨੂੰ ਨਿਭਾਉਂਦੇ ਹਨ, ਉਹ ਸਦਾ ਵਿਕਾਸ ਦੇ ਸਹਿਤ ਆਪਣਾ ਜੀਵਨ ਜਿਉਂਦੇ ਹਨ। ਸਤਿਗੁਰੂ ਕਿਰਪਾ ਕਰਨ ਐਸੇ ਭਾਵ ਸਾਡੇ ਸਾਰਿਆਂ ਦੇ ਮਨ ਬੁੱਧ ਦੇ ਅੰਦਰ ਦ੍ਰਿੜ ਰਹਿਣ। ਸਤਿਗੁਰੂ ਕੀ ਕਿਰਪਾ ਸਦਕਾ ਆਪ ਜੀ ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ, ਤਿਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਸ਼ਲੋਕਾਂ ਦੀ ਲੜੀਵਾਰ ਵਿਆਖਿਆ ਸ਼ਰਵਣ ਕਰਕੇ ਆਪ ਜੀ ਨਿਹਾਲ ਹੋ ਰਹੇ ਸੀ, ਬਖਸ਼ਿਸ਼ ਦੇ ਪਾਤਰ ਬਣ ਰਹੇ ਸੀ। ਪਾਵਨ ਸ਼ਲੋਕਾਂ ਦੀ ਲੜੀਵਾਰ ਕਥਾ ਦੇ ਨਾਲ ਵਿਚਾਰ ਰੂਪ ਦੇ ਵਿੱਚ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੈ ਬਾਰ। ਭਗਤ ਕਬੀਰ ਸਾਹਿਬ ਜੀ ਲੜੀਵਾਰ ਸ਼ਲੋਕਾਂ ਦੁਆਰਾ ਸਾਨੂੰ ਗਿਆਨ ਦੇ ਬੜੇ ਗੁਹਜ ਉਪਦੇਸ਼ ਦੇ ਕੇ ਬਖਸ਼ਿਸ਼ ਕਰ ਰਹੇ ਹਨ। ਅਸੀਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਸਾਰੇ ਪੜ੍ਹਦੇ ਹਾਂ, ਸੁਣਦੇ ਹਾਂ, ਸਮਝਣ ਦਾ, ਬੁੱਝਣ ਦਾ ਯਤਨ ਕਰਦੇ ਹਾਂ। ਬਾਣੀ ਪੜ੍ਹਦਿਆਂ ਸਾਨੂੰ ਬਾਣੀ ਦੇ ਕਾਵ ਰੂਪ ਦੇ ਨੁਕਤੇ ਤੋਂ ਬੜੇ ਸਾਨੂੰ ਰੂਪ ਮਿਲਦੇ ਹਨ। ਕਿਤੇ ਸ਼ਬਦ ਹਨ, ਵਾਰ ਹੈ, ਅਸ਼ਟਪਦੀਆਂ ਹਨ, ਸ਼ੰਤ ਹਨ, ਪਰ ਸ਼ਲੋਕਾਂ ਦੀ ਆਪਣੇ ਆਪ ਦੇ ਵਿੱਚ ਇੱਕ ਜਿਹੜੀ ਵਿਸ਼ੇਸ਼ ਮਹੱਤਤਾ ਇਹ ਹੈ ਕਿ ਇੱਕ ਨੁਕਤੇ ਨੂੰ ਉਹਦੇ ਭਾਵੇਂ ਕਿੰਨੇ ਵੀ ਪੱਖ ਹੋਣ, ਉਹਨੂੰ ਇੱਕ ਦੋ ਪੰਕਤੀਆਂ ਦੇ ਵਿੱਚ ਜਿਹੜਾ ਹੈ ਅੰਕਿਤ ਕਰ ਦਿੱਤਾ ਜਾਂਦਾ ਹੈ। ਉਂਝ ਗੋਹਜ ਉਪਦੇਸ਼ ਬੜਾ ਵੱਡਾ ਹੈ, ਗੱਲ ਬਹੁਤ ਵੱਡੀ ਹੁੰਦੀ ਹੈ, ਉਹਦੇ ਵਿੱਚ ਬੜੇ ਗੋਹਜ ਸੂਤਰ ਸਮਾਏ ਹੁੰਦੇ ਨੇ, ਪਰ ਉਹਦਾ ਕਮਾਲ ਜਾਂ ਆਕਰਸ਼ਕ ਪੱਖ ਜਾਂ ਉਹਦਾ ਬੜਾ ਇੱਕ ਆਪਣੇ ਆਪ ਦੇ ਵਿੱਚ ਕਮਾਲ ਪੱਖ ਇਹ ਹੈ ਕਿ ਬਹੁਤ ਵੱਡੀ ਗੱਲ ਨੂੰ ਜਾਂ ਬਹੁਤ ਗੋਹਜ ਨੁਕਤੇ ਨੂੰ ਸੂਤਰਕ ਰੂਪ ਦੇ ਵਿੱਚ, ਜਿਵੇਂ ਅਸੀਂ ਕਹਿੰਦੇ ਨਾ ਕਿ ਗਿਆਨ ਦੀ ਗੱਲ ਮਤਲਬ ਇੱਕ ਵਾਕ ਦੇ ਵਿੱਚ ਸਮਝਾ ਦਿੱਤੀ ਜਾਵੇ। ਸ਼ਲੋਕ ਇਸ ਤਰ੍ਹਾਂ ਦੀ ਰਚਨਾ ਹਨ। ਤਾਂ ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕ ਜਾਂ ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕ, ਗੁਰੂ ਸਾਹਿਬਾਨਾਂ ਦੇ ਰਚਿਤ ਜਿਹੜੇ ਸ਼ਲੋਕ ਹਨ, ਸਾਨੂੰ ਅਧਿਆਤਮ ਦਾ ਉਪਦੇਸ਼ ਜਿਹੜਾ ਹੈ ਕਿ ਅਸੀਂ ਕਿਸੇ ਇੱਕ ਸ਼ਲੋਕ ਦੇ ਰੂਪ 'ਚ ਵੀ ਸ਼ਰਵਣ ਕਰ ਲਈਏ ਤਾਂ ਵੀ ਉਹ ਪੂਰਾ ਹੈ, ਅਗਰ ਸਮੁੱਚਾ ਸ਼ਰਵਣ ਕਰੀਏ ਤਾਂ ਵੀ ਆਪਣੇ ਆਪ ਦੇ ਵਿੱਚ ਪੂਰਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਇਸੇ ਪ੍ਰਕਾਰ ਸ਼ਲੋਕਾਂ ਦੇ ਅੰਤਰਗਤ ਪਿਛਲੇ ਸ਼ਲੋਕਾਂ ਦੇ ਵਿੱਚ ਬਖਸ਼ਿਸ਼ ਕਰਦੇ ਸਨ ਭਗਤ ਕਬੀਰ ਸਾਹਿਬ ਜੀ ਕਿ ਸੰਸਾਰ ਦੇ ਵਿੱਚ ਜੀਵਨ ਦਾ ਚੱਕਰ ਚੱਲ ਰਿਹਾ, ਬੜੇ ਜੀਵ ਇਸ ਸੰਸਾਰ ਤੋਂ ਰੁਖਸਤ ਹੋ ਰਹੇ ਹਨ, ਪਰ ਜਿਹੜਾ ਮਰਨ ਦਾ ਉੱਚਤਮ ਭੇਦ ਹੈ ਉਹ ਕਿਸੇ ਵਿਰਲੇ ਨੂੰ ਆਇਆ, ਅਤੇ ਜਿਹਨੂੰ ਵਿਰਲੇ ਨੂੰ ਆ ਗਿਆ ਹੈ ਫਿਰ ਉਹਨੇ ਜੀਵਨ ਦਾ ਐਸਾ ਭੇਦ ਜਾਣਿਆ ਕਿ ਉਹਨੇ ਸਦੀਵ ਤੌਰ 'ਤੇ ਕਹਿ ਦਿੱਤਾ ਕਿ ਨਾ ਮੈਂ ਜੰਮਣ ਵਿੱਚ ਹਾਂ ਨਾ ਮਰਨ ਵਿੱਚ ਹਾਂ, ਮੈਂ ਤਾਂ ਜੋਤ ਸਰੂਪ ਹੈ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦਿਆਂ ਫਰਮਾਉਂਦੇ ਹਨ
ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੈ ਬਾਰ। ਭਗਤ ਕਬੀਰ ਸਾਹਿਬ ਜੀ ਸਾਨੂੰ ਸਾਡੇ ਮਨੁੱਖਾ ਜਨਮ ਦੇ ਸੰਬੰਧ ਦੇ ਵਿੱਚ ਥੋੜ੍ਹਾ ਚੇਤਨ ਕਰਵਾ ਰਹੇ ਹਨ। ਚੇਤਨ ਕਰਵਾਉਣ ਦਾ ਭਾਵ ਕੀ ਹੈ ਕਿ ਮਨੁੱਖਾ ਜਨਮ ਦਾ ਅਵਸਰ ਸਾਨੂੰ ਸਾਰਿਆਂ ਨੂੰ ਮਿਲਿਆ ਹੋਇਆ ਹੈ, ਪਰ ਇਹਦੇ ਮਿਲੇ ਹੋਣ ਦੀ ਮਹੱਤਤਾ ਕਿਵੇਂ ਪ੍ਰਗਟ ਹੋਵੇ। ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਮਾਨਸ ਜਨਮ ਦੁਲੰਭ ਹੈ। ਜਿਹੜਾ ਮਨੁੱਖਾ ਜਨਮ ਹੋਣਾ ਹੈ ਇਹ ਬੜਾ ਹੀ ਦੁਰਲੱਭ ਹੈ। ਦੁਰਲੱਭ ਦਾ ਭਾਵ ਕਿ ਬੜੀ ਮੁਸ਼ਕਿਲ ਦੇ ਨਾਲ ਲੱਭਿਆ ਜਾਣ ਵਾਲਾ, ਕਿ ਇਹ ਨਹੀਂ ਕਿ ਸਧਾਰਨ ਜਿਹੇ ਢੰਗ ਨਾਲ ਲਗਾਤਾਰ ਸਿਲਸਿਲਾ ਚੱਲਦਾ ਜਾਂਦਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਔਰ ਮਾਨਸ ਜਿਹੜੀ ਪਸ਼ੂ ਜੂਨੀ ਹੈ ਜਾਂ ਹੋਰ ਜੂਨੀਆਂ ਨੇ, ਉਹਨਾਂ ਦਾ ਆਪਣਾ ਚੱਕਰ ਵਾਰ-ਵਾਰ ਰਿਪੀਟ ਦੇ ਵਿੱਚ ਪਿਆ ਚੱਲੀ ਜਾਂਦਾ ਹੈ। ਪਰ ਜਿਹੜੀ ਮਨੁੱਖਾ ਜੂਨ ਦਾ ਜਨਮ ਤਾਂ ਦੁਰਲੱਭ ਕਿਹਾ ਗਿਆ ਕਿਉਂਕਿ ਇਹਦੇ ਕੋਲੋਂ ਇੰਨੀਆਂ ਸੰਭਾਵਨਾਵਾਂ, ਇੰਨੀਆਂ ਸਮਰੱਥਾਵਾਂ ਹਨ ਕਿ ਇਹ ਸਾਰੇ 84 ਲੱਖ ਜੂਨਾਂ ਦਾ ਜਿਹੜਾ ਪਸਾਰ ਜਾਂ ਧਰਤੀ 'ਤੇ ਜਿੰਨਾ ਵੀ ਬਨਸਪਤੀ ਜਾਂ ਜੀਵ ਰਚਨਾ ਦੇ ਤੌਰ 'ਤੇ ਪਸਾਰ ਕਿਹਾ ਜਾਂਦਾ ਹੈ, ਉਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਮਨੁੱਖ ਹੈ ਉੱਤਮ ਹੈ। ਗੁਰਬਾਣੀ 'ਚ ਵਾਕ ਵੀ ਪ੍ਰਾਪਤ ਹਨ, 84 ਲੱਖ ਜੋਨ ਪਾਈ, ਮਾਨਸ ਕੋ ਪ੍ਰਭ ਦੀ ਵਡਿਆਈ। ਜਾਂ ਗੁਰਬਾਣੀ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ, ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਹਾਰੀ। ਤਾਂ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਦੁਲੰਭ ਹੈ, ਦੁਲੰਭ ਹੈ। ਅੱਗੇ ਬਖਸ਼ਿਸ਼ ਕਰਦੇ ਹਨ, ਹੋਏ ਨਾ ਬਾਰੈ ਬਾਰ। ਇੱਕ ਤਾਂ ਦੁਰਲੱਭ ਇਸ ਪੱਖ ਤੋਂ ਹੈ ਕਿ ਇੱਕੋ ਵਾਰੀ ਪ੍ਰਾਪਤ ਹੁੰਦਾ ਹੈ। ਦੂਜਾ ਹੈ ਕਿ ਜੇ ਕਿਤੇ ਭੁਲੇਖਾ ਨਾ ਰਹਿ ਜਾਵੇ ਕਿ ਜੀਵਨ ਇਸ ਵਾਰੀ ਪ੍ਰਾਪਤ ਹੋਇਆ ਹੈ ਤਾਂ ਦੁਬਾਰਾ ਫਿਰ ਪ੍ਰਾਪਤ ਹੋ ਜਾਏਗਾ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਹੋਏ ਨਾ ਬਾਰੈ ਬਾਰ। ਬਾਰ-ਬਾਰ ਮਨੁੱਖਾ ਜਨਮ ਨਹੀਂ ਹੁੰਦਾ ਹੈ। ਅਤੇ ਇਸ ਜੀਵਨ ਦੀ ਅਸਲੀਅਤ ਨੂੰ ਇਉਂ ਸਮਝ ਲਓ, ਜਿਉਂ ਬਨ ਫਲ ਪਾ ਕੇ ਭੋਏ ਗਿਰਹੇ, ਬਹੁਰ ਨ ਲਾਗਹਿ ਡਾਰ। ਜਿਵੇਂ ਇੱਕ ਵਾਰੀ ਫਲ ਨਿਰਮਿਤ ਹੁੰਦਾ ਕਿਸੇ ਰੁੱਖ ਦੀ ਟਾਹਣੀ ਦੇ ਉੱਪਰ, ਸਮਾਂ ਪਾ ਕੇ ਉਹ ਆਪਣੀ ਸਿਖਰਲੀ ਅਵਸਥਾ ਨੂੰ ਪੂਰੇ ਰਸ ਦੇ ਵਾਲੇ ਜੀਵਨ ਚੈਤ ਪਹੁੰਚ ਜਾਂਦਾ ਹੈ। ਫਿਰ ਕਹਿੰਦੇ ਆਖਰ ਉਹਦਾ ਉਸ ਟਾਹਣੀ ਦੇ ਨਾਲ ਜੁੜਿਆ ਹੋਣਾ ਕਮਜ਼ੋਰ ਹੋ ਜਾਂਦਾ ਹੈ ਅਤੇ ਉਹਨੂੰ ਪੱਕ ਕੇ ਟੁੱਟਣਾ ਪੈਂਦਾ। ਅਤੇ ਜਦੋਂ ਟੁੱਟ ਜਾਂਦਾ ਹੈ, ਬਹੁਰ ਨਾ ਲਾਗਹਿ ਡਾਰ, ਅਤੇ ਦੁਬਾਰਾ ਜਿਹੜਾ ਹੈ ਉਹ ਫਲ ਨਹੀਂ ਜੁੜਦਾ ਹੈ, ਜਿੰਨਾ ਮਰਜ਼ੀ ਯਤਨ ਕਰੀਏ। ਇਸੇ ਪ੍ਰਕਾਰ ਪ੍ਰਭੂ ਤੋਂ ਉਹਦੇ ਮਿਲਾਪ ਦੇ ਲਈ ਜਾਂ ਸਾਡੀ ਸੰਪੂਰਨਤਾ ਦੇ ਲਈ ਮਨੁੱਖਾ ਜਨਮ ਬਣਿਆ ਹੈ। ਅਗਰ ਇਹ ਬਿਨਾਂ ਮਨੋਰਥ, ਬਿਨਾਂ ਸਾਧਨਾ ਕੀਤਿਆਂ ਜਾਂ ਬਿਨਾਂ ਪੱਕਿਆਂ ਜਾਂ ਬਿਨਾਂ ਆਪਣੇ ਪਰਮ ਮਨੋਰਥ ਤੱਕ ਪੁੱਜਿਆਂ ਇਹ ਜੀਵਨ ਖਤਮ ਹੋ ਗਿਆ ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਮਤਾ ਕਿਸੇ ਇਸ ਭਰਮ ਵਿੱਚ ਰਹਿਣਾ ਕਿ ਦੁਬਾਰਾ ਹੋ ਜਾਏਗਾ। ਹੁਣ ਇਸ ਸ਼ਲੋਕ ਨੂੰ ਵਿਚਾਰ ਦੇ ਨੁਕਤੇ ਤੋਂ ਥੋੜ੍ਹਾ ਸਮਝਣ ਦਾ ਯਤਨ ਕੀਤਾ ਜਾਵੇ। ਕਬੀਰ ਮਾਨਸ ਜਨਮ ਦੁਲੰਭ ਹੈ। ਦੁਰਲੱਭ ਦੇ ਅਰਥ ਕਿਹੜੇ ਕਿਹੜੇ ਪੱਖਾਂ ਦੇ ਵਿੱਚ ਜਾਣਨੇ ਚਾਹੀਦੇ ਨੇ? ਇਹ ਦੋ ਤਰੀਕਿਆਂ ਨਾਲ ਦੁਰਲੱਭ ਜਾਣਿਆ ਜਾ ਸਕਦਾ। ਇੱਕ ਤਾਂ ਇਹ ਕਿ ਮਨੁੱਖ ਦੀ ਚੇਤਨਾ ਬੜੀ ਤੀਖਣ ਹੋ ਜਾਵੇ, ਬੜੀ ਵਿਸ਼ਾਲ ਹੋ ਜਾਵੇ ਅਤੇ ਉਹਨੂੰ ਪਤਾ ਲੱਗ ਜਾਵੇ ਕਿ ਮੇਰਾ ਜਿਹੜਾ ਹੋਣ ਵਾਲਾ ਸਰੂਪ ਹੈ, ਮਨੁੱਖ ਵਾਲਾ ਸਰੂਪ ਹੈ, ਇਹ ਕਿੰਨਿਆਂ ਜੂਨਾਂ ਦੇ ਭਟਕਣ ਤੋਂ ਬਾਅਦ ਜਾਂ ਕਿੰਨੀਆਂ ਜੂਨਾਂ ਦੇ ਸਫ਼ਰ ਤੋਂ ਬਾਅਦ ਇਸ ਪੜਾਅ ਤੱਕ ਪੁੱਜਿਆ। ਜੇ ਤਾਂ ਮਨੁੱਖ ਦੀ ਚੇਤਨਾ ਬੜੀ ਤੀਖਣ ਹੋ ਜਾਵੇ ਫਿਰ ਉਹ ਆਪਣੇ ਆਦਿ ਸਫ਼ਰ 'ਤੇ ਪੂਰੀ ਝਾਤ ਮਾਰ ਸਕਦਾ। ਜਿਵੇਂ ਦੁਨੀਆ ਦੇ ਵੱਡੇ ਰਹਿਬਰੀ ਪੁਰਸ਼ਾਂ ਨੇ ਆਪਣੇ ਪੂਰਬਲੇ ਜਨਮਾਂ ਦਾ ਹਾਲ ਬੜੇ ਵਿਸਥਾਰ ਦੇ ਨਾਲ ਦੱਸਿਆ ਕਿ ਪਤਾ ਲੱਗ ਜਾਏ ਕਿ ਮਨੁੱਖ ਨੂੰ, ਕਿਉਂਕਿ ਮੈਂ ਇੰਨੀ ਭਟਕਣ ਤੋਂ ਬਾਅਦ ਇਸ ਪੜਾਅ 'ਤੇ ਪੁੱਜਿਆ ਹਾਂ। ਜੇ ਹੁਣ ਇਹ ਤਾਂ ਸਾਡੇ ਸਾਰਿਆਂ ਦੇ ਵੱਸ ਨਹੀਂ ਹੈ, ਪਰ ਗੁਰਬਾਣੀ 'ਚ ਵਾਕ ਪ੍ਰਾਪਤ ਨੇ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਏ ਦੇ ਸੰਜਰੀਆ। ਹੁਣ ਆਪ ਜੀ ਪ੍ਰਮਾਣ ਪੁੱਛੋਗੇ ਕਿ ਜੀ ਜਿਹੜੇ ਅਵਤਾਰੀ ਪੁਰਸ਼ ਨੇ ਉਹਨਾਂ ਦੇ ਵਿੱਚੋਂ ਕਿਸੇ ਇੱਕ ਦਾ ਪ੍ਰਮਾਣ ਦਿਓ ਜਿਨ੍ਹਾਂ ਨੇ ਆਪਣੇ ਪੂਰਬਲੇ ਜਨਮਾਂ ਦਾ ਜਾਂ ਆਪਣੇ ਪੂਰਬਲੇ ਜਿਹੜਾ ਆਦਿ ਸਰੂਪ ਦਾ ਹਾਲ ਦੱਸਿਆ ਹੋਵੇ। ਮਹਾਤਮਾ ਬੁੱਧ ਨੇ ਐਸਾ ਦੱਸਿਆ ਹੈ, ਦੁਨੀਆ ਦੇ ਹੋਰ ਬੜੇ ਅਵਤਾਰਾਂ ਰਹਿਬਰਾਂ ਨੇ ਐਸਾ ਦੱਸਿਆ ਹੈ ਕਿ ਸਾਡਾ ਆਦਿ ਸਫ਼ਰ ਕੀ ਸੀ। ਭਾਵ ਕਿ ਇਹ ਤਾਂ ਵੇਖੋ ਇੱਕ ਗੱਲ ਹੋਰ ਵੀ ਸਮਝਣ ਵਾਲੀ ਹੈ, ਅਸੀਂ ਬੜੇ ਚੀਜ਼ਾਂ ਦੇ ਛੋਟੇ ਛੋਟੇ ਮੀਨਿੰਗ ਲੈ ਕੇ ਅਤੇ ਉਹਨਾਂ ਨੂੰ ਹੋਰ ਤਰ੍ਹਾਂ ਦੇ ਬਣਾ ਲੈਂਦੇ। ਅਸਲ ਦੇ ਵਿੱਚ ਜੀਵਨ ਦਾ ਭਾਵ ਇਹ ਹੈ ਕਿ ਜਦੋਂ ਪਰਮੇਸ਼ਰ ਤੋਂ ਉਹਦੀ ਰੱਬੀ ਜੋਤ ਵੱਖ ਹੋਈ, ਉਹ ਮਨੁੱਖ ਦੇ ਰੂਪ ਦੇ ਵਿੱਚ ਹੀ ਉਤਰੀ,
पर मनुख अपनी संपूर्णता तक फिर ना पुज सकिया तो फिर जिन्ना चिर तक उसकी संपूर्णता नहीं हुंदी उन्ना चिर मनुख जिहड़ा है प्रभु विच अभेद नहीं हो सकता। इस करके फिर इनू एक जीवन के अवसर विचों उभरन की बजाय वो उभरिया ना गया, फिर बड़ियां जीवन के पड़ावां नूं तय करके फिर अपनी संपूर्णता तक पुजना पिया। जिन्हों इनू सरल जिहा पढ़ाई के नुकते तो कह लीए, जे एक वर्ष दे विच एक क्लास ना पास की जाए तो दूजा साल मिल जाए, दूजा साल ना पास किया जाए 4-5 साल लग जाए, सिलसिला तो यही है ना भी अगले पद्धर ते जाना है। पर अगले पद्धर ते जाण लई एक पद्धर है कि 1 साल दे विच, एक पद्धर है कि 3-4 साल दे विच। तां भगत कबीर साह जी कहंदे मानस जन्म दुलंभ है। सब तो पहला दुलंभ इस नुकते तो कि तेरा जीवन अज दा नहीं बनिया, पता नहीं कदों दा बनिया है, ये सिरजणहार अकाल पुरख ही जानदा है। तो किन्नियां जोनां दे पड़ाव भुगतण तो बाद जां तू कुल रचना का पड़ाव पूरा कर लिया, जां परमेश्वर की नज़र होई तैनूं जूनां दे भटकण दे विचों तेरे स्वरूप नूं मनुख की घाट दे दित्ती गई कि तू अपनी संपूर्णता तक पुज जावें। जिवें बहुत ज़्यादा नलायक विद्यार्थी होवे बड़ी वारी असफल हो जाए तो आखिर उन्होंने तरस करदिआं एक मौका दिता जाता जिन्हों आम भाषा दे विच गोल्डन असीं चांस कहने कि सुनहरी मौका। तो इसे प्रकार साडे जीवन की पई हुई भटकण नूं परमेश्वर की बख्शिश हासिल हुई तो मनुख की काया मिली कि इस काया दे विच अपने आत्म स्वरूप नूं जाण के जिहड़ा शरीरां दे तल ते आवागमन है उहदे तो मुक्त होया जावे। तो भगत कबीर साह जी कहंदे इस अवसर की प्राप्ति करके भी मनुखा जन्म दुर्लभ है। तो दूजे पक्ष करके कि अगे होर किस करके दुर्लभ है। उदाहरण के तौर पर मनुख अपनी जिंदगी दे विच जदों कीमती चीज़ों की गिणती करता है तो वह गिणती करता है अपने मकान जायदाद होर बड़ियां चीज़ों की। पर मनुख जे इस श्लोक की रोशनी में देखा जाए तो मनुख देखे कि अगर मनुखा जन्म ही ना होवे तो इन्ना कुछ पैदा हो ही नहीं सकता। इस करके सब तो दुर्लभ घर मकान जायदाद बौद्धिक संपदा आदि नहीं, सब तो दुर्लभ है मनुखा जन्म। कि अगर बीज ही नहीं है तो फल फुल पत्तियां की कल्पना कित्थों की जा सकती है। अगर मनुखा जन्म ही नहीं तो संसार की बाकी कल्पना कित्थों की जा सकती। इस करके भगत कबीर साह जी कहते मानस जन्म दुलंभ है। एक होर दुलंभ का पक्ष जदों साडी रचना का निर्माण गर्भ काल दे विच हुंदा है तो उदों उत्थे रिजक का कोई आधार नहीं है, उत्थे प्रतिपालना का भी कोई आधार नहीं है, रखिया का भी कोई आधार नहीं है। पर फिर भी साडा सारा जीवन उस थमे दे विच बनदा है और दुलभ तरीके दे नाल बनदा है। उंज मनुख नूं उल्टा लटकाया जाए तो मनुख की शायद मृत्यु हो जाए, पर दुलंभ रचना दे विच और अगन दे विच गुरबाणी च वाक हुंदा मुख तलै पैर उपरै वसंदो कहुथड़ै थाए नानक सो धनी क्यों विसारे उधर जिसदै नाए। कि पहला तो प्रभु की दुर्लभ रचना कि तैनूं इस थां दे विच टिका के तेरी सिरजना कड़ी, दूजा तेरे जीवन दे तेरी जम्मण प्रक्रिया पूरी हो जाए। माता नूं अपनी एक मौत वर्गी पीड़ा दे विचों गुजरना पिया, भाव कि तू किसी सरल तरीके दे नाल जगत विच नहीं आ गया। एक इंसान नूं मौत का जोखिम उठाउणा पिया तां तेरा जन्म इस संसार दे विच होया है। तो भगत कबीर साह जी कहंदे कबीर मानस जन्म दुलंभ है, बड़े तरीक़िਆਂ करके दुर्लभ है। उस तो बाद जीवन तेरा प्राणा करके बड़ा दुर्लभ है कि प्राणा की औध बड़ी कीमती है, काया दे आकार करके बड़ा दुर्लभ है। किसी प्रकार भगत कबीर साह जी कहंदे कबीर मानस जन्म दुलंभ है। फिर दुलंभ होने का सब तो वड्डा पक्ष की है कि तेरे नालों वधीक सुंदर जिहड़ा है वो मोर है, मनुख नालों वधीक जिहड़ी चुस्ती फुर्ती है वो बांदर दे विच है, मनुख नालों वधेरे उद्यम कीड़ी दे विच है। होर बड़ियां जूनां जिहड़ियां न सारियां मनुख तो किसी ना किसी पक्ष विच अगे ने। तो दुर्लभ कहण दा भाव की है कि भावें होर जूनां बड़ियां दुर्लभ ने पर ये जूनां जिथे टिकियां हैं उत्थे टिकियां ही रह सकदियां ने, अगे नहीं वध सकदियां। पर मनुख तेरे कोलों याद शक्ति दी सिमरन शक्ति दी ऐसी समर्था है कि तू अपने परम स्वरूप तक पुज के कुछ भी हो सकता है। हुण जिवें उदाहरण के तौर पर पशु ही रहिंदे ने, मनुख है, मनुख कोई भी कला नूं अपने अंदर विकसित कर ले तो कुछ भी बन सकता। तो इस प्रकार भगत कबीर साह जी कहते मानस जन्म दुर्लभ है, बड़े तरीक़िਆਂ करके दुर्लभ है।
ਹੋਏ ਨਾ ਬਾਰੈ ਬਾਰ, ਦੁਬਾਰਾ ਹੋਣ ਵਾਲਾ ਨਹੀਂ ਹੈ। ਕਿਉਂਕਿ ਇਹ ਇੱਕ ਪਰਮੇਸ਼ਰ ਦੀ ਗੁਰਬਾਣੀ 'ਚ ਵਾਕ ਆਉਂਦੇ ਨੇ। ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ, ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ, ਇਸ ਦੇਹੀ ਕਉ ਸਿਮਰੈ ਦੇਵ। ਆਰੰਭ ਵਾਕ ਨੇ, ਗੁਰ ਕਿਰਪਾ ਤੇ ਭਗਤ ਕਮਾਈ, ਤਾਬੇ ਮਾਨਸ ਦੇਹੀ ਪਾਈ। ਇਸ ਦੇਹੀ ਕਉ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ। ਸੇਵ ਭਜਹੁ ਗੋਬਿੰਦ, ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਤਾਂ ਇਸੇ ਪ੍ਰਕਾਰ ਅਸੀਂ ਰੋਜ਼ਾਨਾ ਸ਼ਾਮ ਦੀ ਬਾਣੀ 'ਚ ਪੜ੍ਹਦੇ ਹਾਂ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਕਿ ਤੇਰਾ ਜੀਵਨ ਇੱਕ ਸਫ਼ਰ ਦੇ ਵਿੱਚ ਚੱਲ ਰਿਹਾ ਹੈ, ਅਤੇ ਮਨੁੱਖਾ ਜੀਵਨ ਦਾ ਸਫ਼ਰ ਉਹ ਪੜਾਅ ਹੈ ਜਿਹਦੇ ਵਿੱਚ ਆਪਣੀ ਪੂਰਨਤਾ ਤੱਕ ਪੁੱਜਿਆ ਜਾ ਸਕਦਾ, ਹੋਰ ਕੋਈ ਜੂਨ ਨਹੀਂ ਹੈ। ਕਿਉਂਕਿ ਆਕਾਰ ਤਲ 'ਤੇ, ਚਿੰਤਨ ਦੇ ਤਲ 'ਤੇ ਇਹ ਸਭ ਤੋਂ ਵਿਕਸਿਤ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਹੋਏ ਨਾ ਬਾਰੈ ਬਾਰ, ਜਿਉ ਬੰਨ ਫਲ ਪਾਕੇ ਭੋਏ ਗਿਰਹੇ, ਬਹੁਰ ਨਾ ਡਾਗੇ ਡਾਰ। ਜਿਵੇਂ ਇੱਕ ਵਾਰੀ ਫਲ ਗਿਰ ਜਾਂਦਾ ਹੈ, ਦੁਬਾਰਾ ਉਸ ਟਾਹਣੀ ਦੇ ਨਾਲ ਨਹੀਂ ਲੱਗਦਾ, ਇਸੇ ਪ੍ਰਕਾਰ ਜੀਵਨ ਜਦੋਂ ਇੱਕ ਵਾਰੀ ਬਿਨਸ ਜਾਂਦਾ ਹੈ, ਮੁੜ ਕੇ ਪਤਾ ਨਹੀਂ ਬਣੇ ਜਾਂ ਨਾ ਬਣੇ ਜਾਂ ਕਦੋਂ ਬਣੇ, ਇਸ ਗੱਲ ਦਾ ਕੋਈ ਗਿਆਨ ਨਹੀਂ। ਅਗਲੀ ਪੰਕਤੀ ਦੇ ਵਿੱਚ ਵੀ ਇੱਕ ਗੁਹਜ ਸੂਤਰ ਹੈ ਭਗਤ ਕਬੀਰ ਸਾਹਿਬ ਜੀ। ਯਕੀਨਨ ਇੱਕ ਫਲ ਡਿੱਗ ਗਿਆ ਰੁੱਖ ਦੇ ਉੱਪਰੋਂ, ਤਾਂ ਉਸ ਰੁੱਖ ਦੇ ਫਲ ਨੂੰ ਨਹੀਂ ਖਾਧਾ ਗਿਆ, ਸਮਾਂ ਪਾ ਕੇ ਜ਼ਮੀਨ ਵਿੱਚ ਜਜ਼ਬ ਹੋ ਜਾਏਗਾ। ਜ਼ਮੀਨ ਵਿੱਚ ਜਜ਼ਬ ਹੋ ਗਿਆ, ਉਹਦਾ ਬਾਕੀ ਰਸ ਵਾਲਾ ਰੂਪ ਸਾਰਾ ਬਿਨਸ ਜਾਏਗਾ। ਉਹਦਾ ਜਿਹੜਾ ਬੀਜ ਰੂਪ ਹੈ ਉਹ ਫਿਰ ਧਰਤੀ ਵਿੱਚ ਸਮਾ ਗਿਆ, ਅਤੇ ਉਹਦੇ ਤੋਂ ਫਿਰ ਰੁੱਖ ਬਣ ਜਾਏਗਾ, ਅਤੇ ਉਸ ਰੁੱਖ 'ਤੇ ਫਿਰ ਫਲ ਆ ਜਾਣਗੇ। ਇਹ ਇੱਕ ਫਲ ਦਾ ਪ੍ਰੋਸੈਸ ਹੈ ਜਿਹੜਾ ਭਗਤ ਕਬੀਰ ਸਾਹਿਬ ਜੀ ਨੇ ਬਹੁਰ ਨਾ ਲਾਗੇ ਹਡਾਰ ਕਿਹਾ ਨਾ, ਉਹਦੇ ਵਿੱਚ ਇੱਕ ਗੁਹਜ ਗੱਲ ਇਹ ਹੈ ਕਿ ਇੱਕ ਰੁੱਖ ਦਾ ਫਲ ਡਿੱਗਿਆ, ਸਮਾਂ ਪਾ ਕੇ ਜ਼ਮੀਨ 'ਚ ਜਜ਼ਬ ਹੋ ਜਾਏਗਾ, ਉਹਦੇ ਤੋਂ ਫਿਰ ਇੱਕ ਰੁੱਖ ਦਾ ਨਿਰਮਾਣ ਹੋਏਗਾ, ਅਤੇ ਫਿਰ ਉਹਦੇ 'ਤੇ ਫਲ ਹੋਏਗਾ, ਹੋ ਜਾਏਗਾ। ਕਿਉਂਕਿ ਉਹਦੇ ਵਿੱਚ ਕਾਰਨ ਮੌਜੂਦ ਹੈ, ਕਿ ਉਹਦੇ ਵਿੱਚ ਬੀਜ ਮੌਜੂਦ ਹੈ। ਜਿਹੜਾ ਫਲ ਧਰਤੀ 'ਤੇ ਡਿੱਗਿਆ ਉਹਦੇ ਵਿੱਚ ਬੀਜ ਤਾਂ ਪਿਆ ਹੋਇਆ ਨਾ, ਤਾਂ ਇਸੇ ਪ੍ਰਕਾਰ ਉਹਦੇ ਵਿੱਚ ਕਾਰਨ ਮੌਜੂਦ ਹੈ, ਤਾਂ ਦੁਬਾਰਾ ਆਪਣੇ ਫਲ ਵਾਲੇ ਰੂਪ 'ਤੇ ਉਹ ਆ ਸਕਦਾ ਹੈ। ਪਰ ਮਨੁੱਖ ਤੇਰੇ ਜੀਵਨ 'ਚ ਜੇ ਕਾਰਨ ਹੀ ਮੌਜੂਦ ਨਾ ਰਿਹਾ, ਕਾਰਨ ਮੌਜੂਦ ਦਾ ਭਾਵ ਕਿ ਜੇ ਤੈਨੂੰ ਆਪਣੇ ਜੀਵਨ ਮਨੋਰਥ ਦਾ ਪਹਿਲੀ ਗੱਲ ਖਿਆਲ ਹੀ ਨਾ ਰਿਹਾ, ਦੂਜੀ ਖਿਆਲ ਦੀ ਸਾਧਨਾ ਹੀ ਨਾ ਕੀਤੀ, ਤਾਂ ਫਿਰ ਦੁਬਾਰਾ ਤੇਰਾ ਫਲ ਵਾਲਾ ਰੂਪ ਧਾਰਨਾ ਕਰਨਾ ਔਖੀ ਗੱਲ ਹੈ। ਕਿਉਂਕਿ ਜਦੋਂ ਇੱਕ ਵਾਰੀ ਦੇਹ ਬਿਨਸ ਗਈ, ਸਿਮਰਤੀ ਸ਼ੁੱਧ ਨਾ ਰਹੀ, ਜੀਵਨ ਦੇ ਕਰਮਾਂ ਦੇ ਜਿਹੜੇ ਪਾਕ ਖਿਆਲ ਨੇ ਉਹ ਸੰਯੁਜਿਤ ਨਾ ਰਹੇ, ਤਾਂ ਜਦੋਂ ਤੱਕ ਦੂਜੀ ਵਾਰੀ, ਹੁਣ ਜਿਵੇਂ ਇੱਕ ਫਲ ਨੂੰ ਦੁਬਾਰਾ ਉਸੇ ਫਲ ਵਿੱਚ ਆਉਣਾ ਹੈ, ਜਿਵੇਂ ਅਸੀਂ ਕਈ ਵਾਰੀ ਫਲ ਆਪਣੇ ਘਰਾਂ ਦੇ ਵਿੱਚ ਖਾ ਕੇ ਤੇ ਉਹਦੀ ਗਿਟਕ ਆਦਿਕ ਬੀਜ ਦਿੰਦੇ ਹਾਂ, ਤਾਂ ਉਹ ਕੋਈ ਸਾਲ ਜਾਂ 2 ਸਾਲਾਂ ਬਾਅਦ ਥੋੜ੍ਹਾ ਸਾਨੂੰ ਉਹਦੇ ਤੋਂ ਫਲ ਪ੍ਰਾਪਤ ਹੋਣ ਲੱਗ ਪੈਂਦੇ ਨੇ। ਉਹ ਕੋਈ ਸਮਾਂ ਲੱਗਦਾ 5-7 ਸਾਲ ਦਾ, ਜਦੋਂ ਰੁੱਖ ਬਣਦਾ ਹੈ, ਰੁੱਖ 'ਤੇ ਫਿਰ ਫੁੱਲ ਬਣਦੇ ਨੇ, ਫਿਰ ਜਾ ਕੇ ਫਲ ਬਣਦਾ ਹੈ, ਅਤੇ ਫਿਰ ਉਹੋ ਜਿਹਾ ਰੂਪ ਮਿਲਦਾ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਫਲ ਤੋਂ ਤਾਂ ਦੁਬਾਰਾ ਫਲ ਬਣ ਸਕਦਾ, ਕਿਉਂਕਿ ਉਹਦੇ ਅੰਦਰ ਬੀਜ ਦਾ ਕਾਰਨ ਮੌਜੂਦ ਹੈ। ਪਰ ਮਨੁੱਖ ਤੇਰੇ ਅੰਦਰ ਇਹ ਮੌਜੂਦ ਨਹੀਂ, ਤੇਰੇ ਅੰਦਰ ਇੱਕੋ ਹੀ ਜਨਮ ਪੱਧਰ ਬਣਿਆ ਹੈ। ਜੇ ਉਹ ਸਫਲ ਹੋ ਗਿਆ ਠੀਕ ਹੈ, ਨਹੀਂ ਤਾਂ ਦੁਬਾਰਾ ਜਿਹੜਾ ਹੈ ਇਹ ਵਸ ਵਿੱਚ ਆਉਣ ਵਾਲਾ ਨਹੀਂ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਬੰਨ ਫਲ ਪਾਕੇ ਭੋਏ ਗਿਰਹੇ, ਬਹੁਰ ਨ ਲਾਗਹਿ ਡਾਰ। ਇਸ ਕਰਕੇ ਆਪਣੇ ਇਹਦੇ ਵਿੱਚ 2 ਦ੍ਰਿਸ਼ ਬਣਦੇ ਨੇ। ਇੱਕ ਤਾਂ ਜਿਹੜਾ ਸਾਂਝਾ ਕਰ ਦਿੱਤਾ ਹੈ, ਇੱਕ ਇਹ ਬਣਦਾ ਹੈ ਕਿ ਇੱਕ ਫਲ ਦਾ ਜੀਵਨ ਜਿਹੜਾ ਆਰੰਭ ਹੈ ਉਹ ਫੁੱਲ ਤੋਂ ਹੁੰਦਾ ਹੈ। ਜਦੋਂ ਫਲ ਦੀ ਹਸਤੀ ਫੁੱਲ ਵਾਲੀ ਹੁੰਦੀ ਹੈ, ਉਹਦਾ ਕੋਈ ਆਕਾਰ ਨਹੀਂ ਹੁੰਦਾ। ਬਹੁਤੀ ਵਾਰੀ ਦੇਖਿਆ ਹੋਣਾ, ਜਦੋਂ ਆਰੰਭ ਦੇ ਵਿੱਚ ਰੁੱਖ ਨੂੰ ਫਲ ਲੱਗਦਾ ਹੈ, ਉਹਦੇ ਫੁੱਲ ਝੜ ਜਾਂਦੇ ਨੇ। ਇਸੇ ਪ੍ਰਕਾਰ ਪਰ ਉਹ ਆਪਣੇ ਫਲ ਹੋ ਕੇ ਪੂਰਨਤਾ ਤੱਕ ਤਾਂ ਹੀ ਪੁੱਜਦਾ ਜਦੋਂ ਫਲ ਝੜਦੇ ਹਨ, ਤਾਂ ਫੁੱਲ ਝੜਦੇ ਹਨ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਫਿਰ ਉਹ ਪੱਕਦਾ ਹੈ, ਫੁੱਲ ਤੋਂ ਫਲ ਬਣਦਾ ਹੈ, ਫਲ ਤੋਂ ਬਾਅਦ ਪੱਕਦਾ ਅਤੇ ਫਿਰ ਟੁੱਟਦਾ ਹੈ। ਇੱਕ ਫਲ ਤਾਂ ਆਪਣੇ ਅਰਥ ਦੇ ਵਿੱਚ ਪੂਰਾ ਹੋ ਰਿਹਾ ਹੈ ਕਿ ਉਹ ਨਿੱਕੇ ਜਿਹੇ ਅੰਸ਼ ਤੋਂ ਬਣਿਆ, ਉਹਨੇ ਆਪਣਾ ਪੂਰਾ ਰਸ ਵਾਲਾ ਰੂਪ ਧਾਰਨ ਕੀਤਾ, ਅਤੇ ਜਦੋਂ ਰਸ ਵਾਲਾ ਰੂਪ ਧਾਰਨ ਕੀਤਾ, ਜੇ ਉਹ ਆਪ ਨਹੀਂ ਟੁੱਟਿਆ ਤਾਂ ਮਨੁੱਖ ਨੂੰ ਤੋੜ ਲੈਂਦਾ। ਉਹਨੂੰ ਪਤਾ ਕਿ ਇਹ ਆਪਣੀ ਮਤਲਬ ਜਿਹੜਾ ਇਹਦਾ ਆਦਰਸ਼ ਸੀ, ਜਿਹੜਾ ਸਿਖਰ ਸੀ, ਉਹਦੇ ਤੱਕ ਪਹੁੰਚ ਗਿਆ, ਅਤੇ ਹੁਣ ਇਹਦਾ ਆਦਰਸ਼ ਕਿਸੇ ਪ੍ਰਯੋਗ ਵਿੱਚ ਆਉਣਾ ਚਾਹੀਦਾ ਹੈ। ਅਤੇ ਉਹ ਜਿਹੜਾ ਫਲ ਹੈ ਉਹ ਕਿਸੇ ਦਾ ਰਸ ਬਣ ਜਾਂਦਾ, ਕਿਸੇ ਦੇ ਭੋਜਨ ਦੇ ਖੁਰਾਕੀ ਤੱਤ ਦੀ ਪੂਰਤੀ ਕਰ ਦਿੰਦਾ ਹੈ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਮਨੁੱਖ ਜੇ ਤੇਰਾ ਜੀਵਨ ਦੁਰਲੱਭ ਹੋ ਕੇ ਕਿਸੇ ਵੱਡੇ ਅਰਥ ਦੀ ਪੂਰਤੀ ਨਹੀਂ ਕਰਦਾ, ਅਤੇ ਇਹ ਮੰਗ ਕਰਦਾ ਕਿ ਦੁਬਾਰਾ ਹੋ ਜਾਵੇ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਐਸਾ ਹੋਣ ਵਾਲਾ ਨਹੀਂ ਹੈ। ਇਸ ਕਰਕੇ ਇਸ ਸ਼ਲੋਕ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਸਾਨੂੰ ਇੱਕ ਦ੍ਰਿਸ਼ਟਾਂਤ ਦੇ ਕੇ ਚੇਤਾ ਕਰਾਉਂਦੇ ਹਨ ਕਿ ਫਲ ਤਾਂ ਫਿਰ ਵੀ ਪੱਕ ਕੇ ਧਰਤੀ 'ਤੇ ਡਿੱਗਦਾ, ਜਾਂ ਕੱਚੇ ਵੀ ਡਿੱਗ ਪੈਂਦੇ ਨੇ, ਪਰ ਜੇ ਪੱਕ ਕੇ ਡਿੱਗਦਾ ਤਾਂ ਇਹਦਾ ਮਤਲਬ ਉਹ ਆਪਣੇ ਆਪ ਦੇ ਵਿੱਚ ਪੂਰਾ ਹੋ ਗਿਆ ਹੈ।
ਤਾਂ ਇਸੇ ਪ੍ਰਕਾਰ ਮਨੁੱਖ ਤੇਰੇ ਜੀਵਨ ਦਾ ਜਦੋਂ ਤੱਕ ਅੰਤ ਹੋਵੇ ਜਾਂ ਜਦੋਂ ਤੱਕ ਤੇਰਾ ਜੀਵਨ ਸਮਾਪਤ ਹੋਵੇ, ਤੇਰੇ ਜੀਵਨ ਦੇ ਵਿੱਚ ਆਪਣੇ ਜੀਵਨ ਨੂੰ ਦੁਰਲੱਭ ਪਛਾਣ ਕੇ ਇਨ੍ਹਾਂ ਗੁਣਾਂ ਦੇ ਸਹਿਤ ਇੰਨਾ ਸ਼ੁੱਧ, ਇੰਨਾ ਪਾਕ, ਇੰਨਾ ਪੂਰਨ ਕਰ ਲੈਣਾ ਚਾਹੀਦਾ ਹੈ ਕਿ ਸਰੀਰ ਦਾ ਆਕਾਰ ਜਦੋਂ ਮਰਜ਼ੀ ਬਿਨਸੇ ਪਰ ਤੂੰ ਜਿਉਂਦੇ ਜੀ ਪ੍ਰਭੂ ਦੇ ਵਿੱਚ ਅਭੇਦ ਹੋ ਜਾਵੇਂ, ਤੇਰੀ ਹਸਤੀ ਉਹਦੇ ਵਿੱਚ ਸਮਾ ਜਾਵੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਮਾਨਸ ਜਨਮ ਦੁਲੰਭ ਹੈ ਕਿ ਇਹ ਇੱਕ ਮੌਕਾ ਹੈ ਆਪਣੇ ਪੂਰਨਤਾ ਤੱਕ ਪੁੱਜਣ ਦਾ। ਗੁਰਬਾਣੀ 'ਚ ਵਾਕ ਆਉਂਦੇ ਹਨ ਕਿ ਇਸ ਪੌੜੀ 'ਤੇ ਜੋ ਨਰ ਚੂਕੈ ਸੋ ਆਏ ਜਾਏ ਦੁੱਖ ਪਾਏ ਦਾ। ਇਸ ਸੰਬੰਧ ਦੇ ਵਿੱਚ ਨਾ ਸਨਾਤਨ ਮਤ ਦਾ ਇੱਕ ਬੜਾ ਵੱਡਾ ਵਿਦਵਾਨ ਹੋਇਆ ਅਰਬਿੰਦੋ ਘੋਸ਼। ਉਹਦੀ ਫਿਲਾਸਫੀ ਦੀ ਇੱਕ ਟਰਮ ਹੈ ਟਰਾਂਸਮਾਈਗ੍ਰੇਸ਼ਨ, ਜਿਹਨੂੰ ਅਸੀਂ ਆਵਾਗਮਨ ਕਹਿੰਦੇ ਹਾਂ। ਉਹਦੇ ਵਿੱਚ ਉਹਨੇ, ਵੈਸੇ ਤਾਂ ਬੜਾ ਵਿਸਥਾਰ ਹੈ ਉਹਦਾ, ਪਰ ਜੇ ਸਰਲ ਰੂਪ ਦੇ ਵਿੱਚ ਇੱਕ ਦੋ ਵਾਕਾਂ 'ਚ ਕਹਿਣਾ ਹੋਵੇ ਤਾਂ ਉਹ ਕਹਿਣ ਲੱਗਾ ਕਿ ਜਿਹੜੀ ਆਵਾਗਮਨ ਹੁੰਦਾ ਹੈ ਇਹ ਵੀ ਕੁਦਰਤ ਨੇ ਇੱਕ ਐਵੋਲਿਊਸ਼ਨ, ਇੱਕ ਪਰਿਵਰਤਨ ਦੇ ਰੂਪ ਵਿੱਚ ਬਣਾਇਆ ਹੋਇਆ ਹੈ ਕਿ ਲਗਾਤਾਰ ਸਾਡਾ ਪਰਿਵਰਤਨ ਹੁੰਦਾ ਰਹੇ। ਜਿਵੇਂ ਇਸੇ ਪ੍ਰਕਾਰ ਜਿਵੇਂ ਕਈ ਵਾਰੀ ਜਿਹੜੇ ਪਸ਼ੂ ਜੋਨਾਂ ਹਨ ਉਹਨਾਂ ਨੂੰ ਕੁਝ ਵਿਵਹਾਰ, ਕੁਝ ਉਹਨਾਂ ਦੇ ਇਸ ਤਰ੍ਹਾਂ ਦਾ ਡਿਵੈਲਪ ਕੀਤਾ ਜਾਂਦਾ ਹੈ ਕਿ ਉਹ ਕੁਝ ਮਨੁੱਖੀ ਵਿਵਹਾਰ ਕਰਨ ਲੱਗ ਪੈਂਦੀਆਂ ਨੇ, ਮਨੁੱਖ ਦੇ ਨੇੜੇ ਤੇੜੇ ਰਹਿਣ ਲੱਗ ਪੈਂਦੀਆਂ ਹਨ। ਜਿਵੇਂ ਬੜੀਆਂ ਜੂਨਾਂ ਨੇ, ਪਰ ਕੁਝ ਕੁ ਜੂਨਾਂ ਨੇ ਜਿਹੜੀਆਂ ਮਨੁੱਖ ਆਪਣੇ ਘਰ ਦੇ ਵਿੱਚ ਰੱਖ ਕੇ ਪਸ਼ੂ ਦੇ ਤਲ 'ਤੇ ਪਾਲਦਾ ਹੈ, ਕਿਉਂਕਿ ਉਹਨਾਂ ਦੇ ਜਿਹੜੇ ਅੰਦਰ ਹਨ ਮਨੁੱਖ ਵਾਲੇ ਗੁਣ ਥੋੜ੍ਹੇ ਨੇੜੇ ਹੋ ਜਾਂਦੇ ਨੇ, ਥੋੜ੍ਹੇ ਵਧੀਕ ਹੋ ਜਾਂਦੇ ਨੇ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜੀ ਜੀਵਨ ਦੀ ਸੰਭਾਵਨਾ ਹੈ ਅਰਬਿੰਦੋ ਘੋਸ਼ ਦੇ ਅਨੁਸਾਰ ਕਿ ਜੀਵਨ ਜੇ ਪਰਿਵਰਤਨ ਸਹਿਤ ਵਿਕਾਸ ਵੱਲ ਵੱਧਦਾ ਜਾਏ ਤਾਂ ਜੀਵਨ ਪੂਰਾ ਹੁੰਦਾ। ਅਤੇ ਮਨੁੱਖ ਦੇ ਜੀਵਨ ਦੀ ਹੋਣੀ ਹੈ ਕਿ ਉਹ ਆਪਣੇ ਜੀਵਨ ਦੀ ਅਰਥ ਜਿਹੜੀ ਪੂਰਨਤਾ ਹੈ ਉੱਥੋਂ ਤੱਕ ਜ਼ਰੂਰ ਪਹੁੰਚੇ। ਕਬੀਰਾ ਤੁਹੀ ਕਬੀਰ ਤੂੰ ਤੇਰੋ ਨਾਉ ਕਬੀਰ। ਹੁਣ ਅਗਲੇ ਸ਼ਲੋਕ ਵਿੱਚ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਜਿਹੜਾ ਸਾਧਨਾ ਕਰਦੇ ਆਪਣੇ ਪਰਮ ਰੂਪ ਤੱਕ, ਪਰਮ ਸਰੂਪ ਤੱਕ ਪੁੱਜ ਜਾਂਦਾ ਹੈ, ਫਿਰ ਜਦੋਂ ਉਹ ਆਪਣੇ ਵਿਸ਼ਾਲ ਸਰੂਪ ਨੂੰ ਜਾਣਦਾ ਹੈ, ਜਦੋਂ ਉਹਨੂੰ ਖਿਆਲ ਆਉਂਦਾ ਕਿ ਮੈਂ ਇੰਨਾ ਛੋਟੀ ਜਿਹੀ ਹਸਤੀ ਨਹੀਂ, ਮੈਂ ਤਾਂ ਪੂਰਾ ਬ੍ਰਹਿਮੰਡ ਸਰੂਪ ਹਾਂ, ਪਰਮੇਸ਼ਰ ਜਿੰਨਾ ਹੀ ਵਿਸ਼ਾਲ ਹਾਂ। ਤਾਂ ਜਦੋਂ ਇਸ ਤਰ੍ਹਾਂ ਦੀ ਅਵਸਥਾ 'ਤੇ ਭਗਤ ਜਾਂਦੇ ਹਨ ਤਾਂ ਉਹਨਾਂ ਦੇ ਕੋਲੋਂ ਕਈ ਵਾਰੀ ਜ਼ਬਤ ਨਹੀਂ ਰਹਿੰਦਾ। ਜ਼ਬਤ ਦਾ ਮਤਲਬ ਕੰਟਰੋਲ ਨਹੀਂ ਰਹਿੰਦਾ। ਅਤੇ ਉਹ ਫਿਰ ਆਪਣੇ ਆਪ ਨੂੰ ਕਈ ਵਾਰੀ ਮੈਂ ਹੀ ਰੱਬ ਹਾਂ, ਮੈਂ ਹੀ ਖੁਦਾ ਕਹਿ ਕੇ ਉਹ ਸੰਬੋਧਨ ਹੋਣ ਲੱਗ ਪੈਂਦੇ ਹਨ। ਤਾਂ ਇਸ ਤਰ੍ਹਾਂ ਦਾ ਬੜੀ ਵਾਰੀ ਵਾਪਰਦਾ ਹੈ। ਜਦੋਂ ਭਗਤ ਇਸ ਤਰ੍ਹਾਂ ਦਾ ਅਨੁਭਵ ਸ਼ਰੇਆਮ ਕਰ ਦਿੰਦਾ ਹੈ ਜਾਂ ਐਲਾਨੀਆਂ ਕਰ ਦਿੰਦਾ ਹੈ ਤਾਂ ਫਿਰ ਉਹਦਾ ਗਿਰਾਓ ਸੰਭਵ ਹੋ ਜਾਂਦਾ ਹੈ। ਫਿਰ ਇਸ ਗੱਲ ਨੂੰ ਜਰਨਾ ਬੜਾ ਕਠਿਨ ਹੁੰਦਾ ਹੈ। ਜੇ ਜਰ ਜਾਵੇ ਤਾਂ ਬੜੀ ਵੱਡੀ ਗੱਲ ਹੈ, ਅਤੇ ਜੇ ਪੂਰਾ ਜਰ ਜਾਵੇ ਤਾਂ ਮਹਾਂ ਕਠਿਨ ਹੈ। ਤਾਂ ਭਗਤ ਕਬੀਰ ਸਾਹਿਬ ਜੀ ਇਸੇ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਹਨ, ਕਬੀਰਾ ਤੁਹੀ ਕਬੀਰ ਤੂੰ, ਭਾਵ ਕਿ ਭਗਤ ਕਬੀਰ ਸਾਹਿਬ ਜੀ ਕਬੀਰਾ ਭਾਵ ਕਿ ਆਪਣੇ ਆਪ ਨੂੰ ਸੰਬੋਧਨ ਹੋ ਕੇ ਅਕਾਲ ਪੁਰਖ ਦੇ ਸਨਮੁਖ, ਜਿਵੇਂ ਪਰਮੇਸ਼ਰ ਦਾ ਇੱਕ ਨਾਮ ਕਬੀਰ ਵੀ ਕਿਹਾ ਜਾਂਦਾ। ਗੁਰਬਾਣੀ ਵਿੱਚ ਵਾਕ ਆਉਂਦਾ ਹੈ ਕਿ ਕਬੀਰ ਕਰੀਮ, ਕਰੀਮ ਤੂੰ ਬੇਐਬ ਪਰਵਦ ਗਾਰ। ਕਬੀਰ ਦਾ ਮਤਲਬ ਸਭ ਤੋਂ ਵੱਡਾ, ਜਿਵੇਂ ਬੜਾ ਵੱਡਾ ਬਜ਼ੁਰਗ ਹੋਵੇ ਤਾਂ ਉਹਨੂੰ ਕਬੀਰ ਕਿਹਾ ਜਾਂਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰਾ ਤੁਹੀ ਕਬੀਰ ਤੂੰ, ਅਸਲ ਦੇ ਵਿੱਚ ਹੇ ਅਕਾਲ ਪੁਰਖ ਪਰਮ ਰੂਪ ਦੇ ਵਿੱਚ ਕਬੀਰ ਤੂੰ ਵੱਡਾ, ਮੇਰਾ ਤਾਂ ਕੇਵਲ ਨਾਮ ਧਰਿਆ ਗਿਆ, ਮੈਨੂੰ ਤਾਂ ਕੇਵਲ ਨਾਮ ਦੇ ਤਲ 'ਤੇ ਕਿਹਾ ਜਾਂਦਾ ਹੈ ਕਬੀਰ। ਅਸਲ ਦੇ ਵਿੱਚ ਤੂੰ ਹੀ ਕਬੀਰ, ਸਭ ਤੋਂ ਵੱਡਾ ਅਕਾਲ ਪੁਰਖ ਪਰਮੇਸ਼ਰ ਕਬੀਰ ਤੂੰ ਹੈ। ਤੇਰੋ ਨਾਉ ਕਬੀਰ, ਅਤੇ ਅਸਲ 'ਚ ਤੇਰਾ ਹੀ ਨਾਂ ਕਬੀਰ ਹੈ, ਭਾਵ ਕਿ ਸਭ ਤੋਂ ਪਹਿਲਾਂ ਪ੍ਰਤਪਾਲਣਾ ਜਾਂ ਇਸ ਜਗਤ ਨੂੰ ਸਿਰਜਣਾ ਜਾਂ ਬਖਸ਼ਿਸ਼ ਕਰਨ ਵਾਲਾ ਇੱਕੋ ਇੱਕ ਅਕਾਲ ਪੁਰਖ ਕਬੀਰ ਤੂੰ ਆਪ ਹੈ, ਅਤੇ ਤੇਰਾ ਨਾਮ ਹੀ ਅਸਲ ਦੇ ਵਿੱਚ ਕਬੀਰ ਹੈ। ਮੇਰਾ ਤਾਂ ਜਾਤੀਗਤ ਤੌਰ 'ਤੇ ਨਾਮ ਰੱਖਿਆ ਗਿਆ, ਭਾਵ ਕਿ ਮੈਨੂੰ ਜਾਣਨ ਦੇ ਲਈ ਮੇਰਾ ਵਿਅਕਤੀ ਤੌਰ 'ਤੇ ਨਾਮ ਰੱਖਿਆ ਗਿਆ ਕਿ ਮੈਨੂੰ ਕਬੀਰ ਦੇ ਨਾਲ ਸੰਬੋਧਨ ਕੀਤਾ ਜਾਂਦਾ ਹੈ। ਪਰ ਕਹਿੰਦੇ ਤੇਰੇ ਪਰਮ ਕਬੀਰ ਸਰੂਪ ਦੀ ਪ੍ਰਾਪਤੀ ਤਦ ਹੁੰਦੀ ਹੈ ਰਾਮ ਰਤਨ ਤਬ ਪਾਈਐ ਜੋ ਪਹਿਲੇ ਤਜਹੇ ਸਰੀਰ। ਕਹਿੰਦੇ ਇਸ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਤਦ ਹੁੰਦੀ ਹੈ ਜੇ ਆਪਣੀ ਦੇਹ ਦਾ ਅਭਿਮਾਨ ਛੱਡ ਦਿੱਤਾ ਜਾਵੇ। ਇਸ ਸ਼ਲੋਕ ਦੇ ਵਿੱਚ ਭਗਤ ਕਬੀਰ ਸਾਹਿਬ ਜੀ 3-4 ਨੁਕਤੇ ਇਕੱਠੇ ਸਾਨੂੰ ਸਮਝਾ ਰਹੇ ਹਨ। ਕਬੀਰਾ ਤੁਹੀ ਕਬੀਰ ਤੂੰ ਦਾ ਪਹਿਲਾ ਭਾਵ ਇਹ ਹੈ ਕਿ ਜਦੋਂ ਮਨੁੱਖ ਨੂੰ ਆਪਣੀ ਹੋਂਦ ਪ੍ਰਤੀ ਜਾਗਦਾ ਹੈ ਤਾਂ ਉਹਨੂੰ ਸਮਝ ਆਉਂਦੀ ਹੈ ਕਿ ਮੈਂ ਕੇਵਲ ਵਕਤੀ ਤੌਰ 'ਤੇ ਕਬੀਰ ਨਾਮ ਵਾਲਾ ਨਹੀਂ ਹਾਂ, ਮੈਂ ਅਸਲ ਦੇ ਵਿੱਚ ਹੀ ਜਿੱਡਾ ਵੱਡਾ ਪਰਮੇਸ਼ਰ ਹੈ ਉੱਡਾ ਵੱਡਾ ਹਾਂ। ਇਸ ਕਰਕੇ ਆਪਣੀ ਪਛਾਣ ਕਰਨ ਲੱਗਿਆਂ ਪਹਿਲਾ ਭਾਵ ਜਦੋਂ ਪੈਦਾ ਹੁੰਦਾ ਹੈ ਤਾਂ ਉਦੋਂ ਮਨੁੱਖ ਆਪਣੇ ਆਪ ਨੂੰ ਇਉਂ ਸੰਬੋਧਿਤ ਹੁੰਦਾ ਹੈ। ਫਿਰ ਜਦੋਂ ਪਰਮੇਸ਼ਰ ਦੇ ਵਿਸ਼ਾਲ ਸਰੂਪ ਦੇ ਦਰਸ਼ਨ ਕਰਦਾ ਉਦੋਂ ਵੀ ਕਹਿੰਦਾ ਹੈ ਕਿ ਤੁਹੀ ਕਬੀਰ, ਕਿ ਉਹ ਆਪਣੀ ਹੋਂਦ ਭਾਵੇਂ ਉਹਦੀ ਕਬੀਰ ਵਾਲੀ ਹੋਵੇ, ਭਾਵੇਂ ਕਿ ਉਹ ਭਾਵੇਂ ਪਰਮੇਸ਼ਰ ਦੇ ਵਿੱਚ ਅਭੇਦ ਵੀ ਹੋ ਗਿਆ ਹੋਵੇ,
ਤਾਂ ਵੀ ਉਹ ਜਾਣਦਾ ਹੈ ਕਿ ਤੂੰ ਹੀ ਕਬੀਰ, ਤੂੰ ਹੀ ਹੈ, ਮੈਂ ਨਹੀਂ। ਤਾਂ ਫਿਰ ਇਸੇ ਪ੍ਰਕਾਰ ਉਹ ਆਖਦਾ ਤੇਰੋ ਨਾਉ ਕਬੀਰ, ਕਿ ਜੇ ਜੀਵਨ ਦੇ ਵਿੱਚ ਕੋਈ ਵਰਤਣ ਵਰਤ ਰਹੀ ਹੈ, ਉਹਦਾ ਜ਼ਿਕਰ ਹੋ ਰਿਹਾ ਤਾਂ ਉਹ ਵੀ ਪਰਮੇਸ਼ਰ ਤੇਰਾ ਹੀ ਹੈ। ਰਾਮ ਰਤਨ ਤਬ ਪਾਈ ਹੈ ਜੋ ਪਹਿਲੇ ਤਜੇ ਸਰੀਰ, ਭਾਵ ਕਿ ਜਦੋਂ ਆਪਣੇ ਸਰੀਰ ਵਾਲੀ ਹੋਂਦ ਦਾ ਭਾਵ ਛੱਡ ਦਿੱਤਾ ਜਾਂਦਾ ਹੈ ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਫਿਰ ਉਸ ਪਰਮ ਕਬੀਰ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਭਗਤ ਕਬੀਰ ਸਾਹਿਬ ਜੀ ਦੇ ਕੋਲ ਕੋਈ ਜਗਿਆਸੂ ਆ ਗਿਆ। ਉਹ ਕਹਿਣ ਲੱਗਾ ਭਗਤ ਸਾਹਿਬ ਜੀ ਤੁਹਾਡਾ ਨਾਮ ਕੀ ਹੈ? ਕਹਿਣ ਲੱਗੇ ਜੀ ਮੇਰਾ ਨਾਮ ਕਬੀਰ। ਤਾਂ ਕਹਿੰਦੇ ਪਰਮੇਸ਼ਰ ਦਾ ਨਾਮ ਕੀ ਹੈ? ਕਹਿੰਦੇ ਇੱਕ ਨਾਂ ਤਾਂ ਪਰਮੇਸ਼ਰ ਦਾ ਵੀ ਕਬੀਰ ਕਿਹਾ ਜਾਂਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰਾ ਤੂੰ ਹੀ ਕਬੀਰ, ਤੂੰ ਅਸਲ 'ਚ ਉਹੀ ਕਬੀਰ ਹੈ, ਮੈਂ ਤਾਂ ਕੇਵਲ ਨਾਮ ਰੱਖਣ ਵਾਲਾ ਹਾਂ। ਪਰ ਉਹਦਾ ਜਿਹੜਾ ਨਾਮ ਹੈ ਕਬੀਰ, ਅਗਰ ਉਹਨੂੰ ਚਿੱਤ ਦੇ ਵਿੱਚ ਵਸਾਇਆ ਜਾਵੇ ਤਾਂ ਪਹਿਲਾਂ ਮਨੁੱਖ ਦਾ ਅਭਿਮਾਨ ਛੁੱਟਦਾ ਹੈ। ਰਾਮ ਰਤਨ ਭਾਵ ਕਿ ਉਹਦੀ ਕਿਰਪਾ ਰੂਪ ਧਨ ਅਸਲ 'ਚ ਕਬੀਰ ਵਾਲਾ ਉੱਚਾਪਨ ਤਾਂ ਮਿਲਦਾ ਹੈ ਜਦੋਂ ਪਹਿਲੇ ਤਜੇ ਸਰੀਰ, ਜਦੋਂ ਮਨੁੱਖ ਆਪਣੇ ਸਰੀਰ ਦਾ ਸਾਰਾ ਅਭਿਮਾਨ ਛੱਡ ਦਿੰਦਾ। ਹੁਣ ਅਭਿਮਾਨ ਛੱਡਣ ਦਾ ਭਾਵ ਕੀ ਹੈ ਕਿ ਜਦੋਂ ਮਨੁੱਖ ਬੰਦਗੀ ਕਰਦਾ ਹੈ, ਬੰਦਗੀ ਕਰਕੇ ਪ੍ਰਭੂ ਵਿੱਚ ਅਭੇਦ ਹੋ ਜਾਂਦਾ ਹੈ ਜਾਂ ਆਪਣੇ ਪਰਮ ਅਵਸਥਾ ਤੱਕ ਪੁੱਜ ਜਾਂਦਾ ਹੈ, ਉੱਥੇ ਜਾ ਕੇ ਜਿੱਥੇ ਉਹਦਾ ਆਪਣਾ ਕੋਈ ਹੋਂਦ ਬਾਕੀ ਨਹੀਂ ਰਹਿੰਦੀ। ਪਰ ਉੱਥੇ ਜਾ ਕੇ ਵੀ ਅਗਰ ਮਨੁੱਖ ਦੀ ਹੋਂਦ ਬਾਕੀ ਰਹੇ ਤਾਂ ਜਿਹੜੀ ਸੰਪੂਰਨਤਾ ਨਹੀਂ ਬਣਦੀ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੇ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੈ, ਅਸੀਂ ਕੇਵਲ ਅਜੇ ਨਾਮ ਰਖਾਇਆ ਹੋਇਆ ਹੈ, ਜੇ ਵਾਕਿਆ ਹੀ ਉਸ ਪਰਮ ਪਰਮਾਤਮਾ ਕਬੀਰ ਵਰਗੇ ਹੋਣਾ ਹੈ ਤਾਂ ਆਪਣੇ ਜੀਵਨ ਦਾ ਸਾਰਾ ਅਭਿਮਾਨ ਛੱਡ ਦਿਓ ਕਿ ਭਾਵੇਂ ਜੋ ਵੀ ਯਤਨ ਕਰਦੇ ਹਾਂ, ਜਿੰਨੀ ਵੀ ਸਮਰੱਥਾ ਹੈ, ਸਾਰੀ ਉਹਦੀ ਹੀ ਜਾਣੀ ਜਾਵੇ ਅਤੇ ਉਹਦੀ ਜਾਣ ਕੇ ਹੀ ਮਾਣੀ ਜਾਵੇ। ਕਬੀਰ ਝੰਖ ਨਾ ਝੰਖੀਐ ਤੁਮਰੋ ਕਹਿਓ ਨਾ ਹੋਏ। ਤਾਂ ਹੁਣ ਭਗਤ ਕਬੀਰ ਸਾਹਿਬ ਜੀ ਅਗਲੇ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਹਨ, ਕਬੀਰ ਝੰਖ ਨਾ ਝੰਖੀਐ, ਐਸੇ ਝੱਖ ਭਰੇ ਬੋਲ ਨਹੀਂ ਕਹਿਣੇ ਚਾਹੀਦੇ ਹਨ। ਤੁਮਰੋ ਕਹਿਓ ਨਾ ਹੋਏ, ਸਾਡਾ ਕੀਤਾ ਥੋੜ੍ਹਾ ਕੁਝ ਹੁੰਦਾ ਹੈ। ਕਰਮ ਕਰੀਮ ਜੋ ਕਰ ਰਹੇ ਮੇਟ ਨਾ ਸਾਕੈ ਕੋਈ, ਅਸਲ ਪੁਰਖ ਕਰੀਮ ਬਖਸ਼ ਅਕਾਲ ਪੁਰਖ ਸਰੂਪ ਸਾਰੇ ਜਗਤ ਦੇ ਵਿਧਾਨ ਨੂੰ ਚਲਾ ਰਿਹਾ ਹੈ। ਜਿਵੇਂ ਉਹਨੂੰ ਠੀਕ ਭਾਸਦਾ ਹੈ ਉਵੇਂ ਕਰ ਸਕਦਾ, ਅਸੀਂ ਉਹਦਾ ਕੀਤਾ ਨਹੀਂ ਮੇਟ ਸਕਦੇ ਹਾਂ। ਇਸ ਸ਼ਲੋਕ ਦਾ ਵਿਚਾਰਕ ਭਾਵ ਇਸ ਪ੍ਰਕਾਰ ਇਹ ਹੈ ਕਿ ਜਦੋਂ ਮਨੁੱਖ ਨੂੰ ਇਸ ਤਰ੍ਹਾਂ ਦਾ ਭਰਮ ਹੋ ਜਾਂਦਾ ਜਾਂ ਇਸ ਤਰ੍ਹਾਂ ਦੀ ਅਵਸਥਾ ਦੇ ਕਿਸੇ ਪ੍ਰਾਪਤੀ ਦੇ ਸਹਿਤ ਹੋ ਜਾਂਦਾ ਹੈ ਤਾਂ ਫਿਰ ਉਹ ਇਸ ਭਰਮ ਦੇ ਵਿੱਚ ਪੈ ਜਾਂਦਾ ਹੈ ਕਿ ਮੈਂ ਪਰਮੇਸ਼ਰ ਸਰੂਪ ਹਾਂ, ਜੋ ਵੀ ਵਾਕ ਮੈਂ ਕਥਾਂਗਾ ਉਸੇ ਪ੍ਰਕਾਰ ਹੀ ਹੁੰਦਾ ਜਾਏਗਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਝੱਖ ਹੈ। ਝੱਖ ਦਾ ਭਾਵ ਇਹ ਹੈ ਕਿ ਅਗਰ ਤੂੰ ਪਰਮੇਸ਼ਰ ਸਰੂਪ ਜਿੱਡਾ ਵੱਡਾ ਹੋ ਗਿਆ ਤਾਂ ਤੈਨੂੰ ਆਪਣੀ ਅਵਸਥਾ ਨੂੰ ਜਰ ਲੈਣਾ ਚਾਹੀਦਾ। ਇਹ ਸੰਤ ਜਨਾਂ ਨੂੰ ਭਗਤ ਕਬੀਰ ਸਾਹਿਬ ਜੀ ਸੰਬੋਧਿਤ ਹੋ ਰਹੇ ਹਨ ਕਿ ਅਗਰ ਪਰਮੇਸ਼ਰ ਦੇ ਨਾਲ ਜੁੜ ਕੇ ਜੀਵਨ ਦੇ ਵਿੱਚ ਬੜੀਆਂ ਸਮਰੱਥਾਵਾਂ, ਬੜੀ ਕਿਰਪਾ ਦੇ ਬਖਸ਼ਿਸ਼ ਦੇ ਮਾਲਕ ਬਣ ਗਏ ਹੋ ਤਾਂ ਝੰਖ ਨਾ ਝੰਖੀ ਹੈ। ਫਿਰ ਆਪਣੀ ਹਸਤੀ ਦੇ ਅਪਮਾਨ ਕਰਕੇ ਕਿਸੇ ਨੂੰ ਵਾਕ ਕੁਵਾਕ ਨਾ ਕਿਹਾ ਕਰੋ, ਕਿਉਂਕਿ ਜਿਹੜਾ ਤੁਹਾਨੂੰ ਬਖਸ਼ਿਸ਼ ਕਰ ਰਿਹਾ ਹੈ ਅਸਲ 'ਚ ਕੀਤਾ ਉਹਦਾ ਵਰਤਦਾ ਹੈ, ਪਰ ਆਪਣੇ ਭਰਮ ਦੇ ਵਿੱਚ ਪੈ ਕੇ ਮਨੁੱਖ ਸਮਝਦਾ ਸ਼ਾਇਦ ਮੇਰੇ ਅਨੁਸਾਰ ਕੀਤਾ ਜਾਣਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਰਮ ਕਰੀਮ ਜੋ ਕਰ ਰਹੇ, ਅਸਲ 'ਚ ਅਕਾਲ ਪੁਰਖ ਜਿਹੜਾ ਤੁਹਾਨੂੰ ਬਖਸ਼ਿਸ਼ ਕਰਨ ਵਾਲਾ ਹੈ, ਬੜੀਆਂ ਨਿਧਾਂ ਦੇਣ ਵਾਲਾ ਹੈ, ਉਹੀ ਅਸਲ ਦੇ ਵਿੱਚ ਸਾਰੀ ਕਿਰਿਆ ਵਰਤਾਉਂਦਾ ਹੈ ਅਤੇ ਉਹਦਾ ਕੀਤਾ ਤੁਸੀਂ ਆਪਣੇ ਵਾਕਾਂ ਦੇ ਨਾਲ ਨਹੀਂ ਮੇਟ ਸਕਦੇ ਹੋ। ਇਸ ਗੱਲ ਦਾ ਸਰਲ ਭਾਵ ਇਹ ਬਣਦਾ ਹੈ ਕਿ ਜਿਵੇਂ ਕਈ ਜਗ੍ਹਾ ਸਾਧਕ ਜਨ ਬੰਦਗੀ ਕਰਦਿਆਂ ਕਿਸੇ ਅਵਸਥਾ ਦੇ ਕਿਸੇ ਪ੍ਰਾਪਤੀ ਦੇ ਯੋਗ ਹੋ ਜਾਂਦੇ ਹਨ ਤਾਂ ਫਿਰ ਉਹਨਾਂ ਦੇ ਅੰਦਰ ਇਹ ਭਰਮ ਹੋ ਜਾਂਦਾ ਕਿ ਸ਼ਾਇਦ ਅਸੀਂ ਬਖਸ਼ਿਸ਼ਾਂ ਦੇ ਮਾਲਕ ਹੋ ਗਏ ਹਾਂ, ਅਸੀਂ ਆਪਣੇ ਵਾਕਾਂ ਦੇ ਨਾਲ ਕੁਝ ਵੀ ਬਦਲ ਸਕਦੇ ਹਾਂ, ਕੁਝ ਵੀ ਜਿਵੇਂ ਦਾ ਹੋਵੇ ਚਾਹੇ ਕਰ ਸਕਦੇ ਹਾਂ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਅਗਰ ਇਸ ਤਰ੍ਹਾਂ ਦਾ ਖਿਆਲ ਹੈ ਤਾਂ ਸਮਝ ਲਓ ਇਹ ਝੱਖ ਕਰਨ ਵਾਲੀ ਗੱਲ ਹੈ। ਅਸਲ 'ਚ ਕਰਨ ਵਾਲਾ ਕਰਮ ਕਰੀਮ ਹੈ। ਇਹਦਾ ਭਾਵ ਇਹ ਹੈ ਕਿ ਜਿਵੇਂ ਅਸੀਂ ਬਾਣੀ 'ਚ ਵਾਕ ਪੜ੍ਹਦੇ ਹਾਂ ਨਾ, ਤਾਣ ਹੁੰਦੇ ਹੋਏ ਨਤਾਣਾ, ਕਿ ਭਾਵੇਂ ਇੱਕ ਭਗਤ ਦੇ ਕੋਲੋਂ ਪਰਮੇਸ਼ਰ ਦੀਆਂ ਸਾਰੀਆਂ ਬਖਸ਼ਿਸ਼ਾਂ ਆ ਗਈਆਂ ਨੇ ਪਰ ਫਿਰ ਵੀ ਉਹ ਇੰਨੇ ਜ਼ਬਤ ਵਿੱਚ ਰਹਿੰਦਾ ਕਿ ਇਹਨਾਂ ਬਖਸ਼ਿਸ਼ਾਂ ਦੇ ਵਰਤਦਿਆਂ ਹੋਇਆਂ ਹੁਕਮ ਦੀ ਕੋਈ ਉਲੰਘਣਾ ਨਹੀਂ ਹੋਣ ਦਿੰਦਾ ਹੈ, ਕਿਸੇ ਪ੍ਰਕਾਰ ਵੀ ਹੁਕਮ ਦੀ ਉਲੰਘਣਾ ਨਹੀਂ ਹੋਣ ਦਿੰਦਾ। ਮਤਲਬ ਕਿ ਜਿਵੇਂ ਉਦਾਹਰਨ ਦੇ ਤੌਰ 'ਤੇ ਹੁਣ ਸੰਸਾਰ ਦੇ ਵਿੱਚ ਇਹਨੂੰ ਬੜਾ ਸਰਲ ਜਿਹਾ ਪ੍ਰਮਾਣ ਆਪਦੇ ਸਨਮੁਖ ਰੱਖਾਂ ਕਿ ਇੱਕ ਨਗਰ ਦੇ ਵਿੱਚ ਅਰਬਪਤੀ ਬੰਦਾ ਵੱਸਦਾ ਹੋਵੇ ਤਾਂ ਉਸ ਨਗਰ ਦੇ ਵਿੱਚ ਉਨੇ ਹੀ ਲੋੜਵੰਦ ਵੱਸਦੇ ਹੋਣ ਤਾਂ ਉਹਦੇ ਪਾਸ ਸਮਰੱਥਾ ਵੀ ਹੈ, ਪਰ ਉਹ ਪਰਮੇਸ਼ਰ ਦੇ ਭਾਵ ਨੂੰ ਬੁੱਝਦਾ ਹੈ ਕਿ ਕਿਹਨੂੰ ਕਿਹਦੇ ਕਰਮਾਂ ਅਨੁਸਾਰ ਕਿੰਨੀ ਬਖਸ਼ਿਸ਼ ਹੋਣੀ ਹੈ,
ਓਨਾ ਹੀ ਦਿੰਦਾ ਹੈ ਕਿ ਆਪਣੀ ਜਿਹੜੀ ਸਮਰੱਥਾ ਹੋਣ ਦੇ ਨਾਲ ਪਰਮੇਸ਼ਰ ਦੇ ਹੁਕਮ ਨੂੰ ਭੰਗ ਨਹੀਂ ਕਰ ਦਿੰਦਾ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਰਮ ਕਰੀਮ ਜੋ ਕਰ ਰਹੇ ਮੇਟ ਨਾ ਸਾਕੈ ਕੋਏ। ਜਿਤਨੇ ਕਰਮ ਕੀਤੇ ਜਾ ਰਹੇ ਹਨ ਉਹ ਅਕਾਲ ਪੁਰਖ ਆਪ ਹੀ ਵਰਤਾ ਰਿਹਾ। ਜੇ ਕੋਈ ਬਖਸ਼ਿਸ਼ ਮਨੁੱਖ ਦੇ ਕੋਲ ਆ ਜਾਵੇ ਤਾਂ ਉਹਨੂੰ ਉਹਦੀ ਹੀ ਜਾਣਨਾ ਚਾਹੀਦਾ। ਜੇ ਆਪਣੀ ਜਾਣਾਂਗੇ ਤਾਂ ਨਿੱਜੀ ਸੀਮਤਾ ਦੇ ਭਾਵ ਪੈਦਾ ਹੋਣਗੇ ਅਤੇ ਉਹ ਬਖਸ਼ਿਸ਼ ਘਟੇਗੀ। ਇਸੇ ਪ੍ਰਕਾਰ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ 'ਚ ਇੱਕ ਪ੍ਰਮਾਣ ਆਪ ਜੀ ਨੇ ਸ਼ਰਵਣ ਕੀਤਾ ਹੋਵੇਗਾ ਕਿ ਸਤਿਗੁਰੂ ਸਾਹਿਬ ਜੀ ਇੱਕ ਵਾਰੀ ਕਿਹਾ ਕਿ ਪੂਰਨ ਗੁਰਸਿੱਖ ਦੇ ਦਰਸ਼ਨ ਕਰਾਏ ਜਾਣ। ਤਾਂ ਜਦੋਂ ਉਹ ਚਲਾ ਗਿਆ ਤਾਂ ਉਹ ਇੱਕ ਜਿਹੜਾ ਜਗਿਆਸੂ ਸੀ ਉਹ ਸਮੁੰਦਰ ਕਿਨਾਰੇ ਠਹਿਰਿਆ ਤਾਂ ਦੇਖਿਆ ਕਿ ਸਮੁੰਦਰ ਦੇ ਵਿੱਚ ਜਿਹੜਾ ਹੈ ਉਹਨੇ ਕਿਹਾ ਮੀਂਹ ਪੈ ਰਿਹਾ। ਤਾਂ ਉਹ ਕਹਿਣ ਲੱਗਾ ਬਾਹਰ ਜੀਵ ਵਿਲਕ ਵਿਲਕ ਕਰ ਰਹੇ ਨੇ, ਸਮੁੰਦਰ ਦੇ ਵਿੱਚ ਜਿਹੜਾ ਮੀਂਹ ਪੈ ਰਿਹਾ ਹਟ ਜਾਣਾ ਚਾਹੀਦਾ। ਇਹ ਹਟ ਗਿਆ ਮੀਂਹ। ਜਦੋਂ ਵਾਪਸ ਆਇਆ ਆ ਕੇ ਪੁੱਛਿਆ, ਕਹਿਣ ਲੱਗਾ ਮੀਂਹ ਹਟ ਗਿਆ। ਤਾਂ ਕਹਿੰਦਾ ਤੂੰ ਬੇਪ੍ਰਤੀਤ ਵਿੱਚ ਸਾਂ। ਗੁਰੂ ਸਾਹਿਬ ਜੀ ਨੇ ਜਵਾਬ ਦਿੱਤਾ, ਬੇਪ੍ਰਤੀਤ ਦਾ ਮਤਲਬ ਕੀ ਹੈ ਕਿ ਅਗਰ ਕੁਝ ਉਲਟ ਵੀ ਸਾਨੂੰ ਵਾਪਰਦਾ ਲੱਗ ਰਿਹਾ ਤਾਂ ਉਹਦੇ ਮਗਰ ਹੁਕਮ ਦੀ ਸੂਖਮ ਰਮਝ ਬੁੱਝਣੀ ਚਾਹੀਦੀ ਹੈ। ਭਗਤ ਕਬੀਰ ਸਾਹਿਬ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਸਮੁੰਦਰ ਦੇ ਵਿੱਚ ਬੜੇ ਐਸੇ ਜੀਵ ਹਨ ਜਿਹੜੇ ਸਮੁੰਦਰ ਦਾ ਖਾਰਾ ਜਲ ਨਹੀਂ ਪੀ ਸਕਦੇ, ਇਸ ਕਰਕੇ ਵਰਖਾ ਸਮੁੰਦਰ ਵਿੱਚ ਤਾਂ ਹੋ ਰਹੀ ਸੀ, ਪਰ ਤੂੰ ਪਰਮੇਸ਼ਰ ਦੇ ਇਸ ਹੁਕਮ ਨੂੰ ਬੁੱਝ ਨਹੀਂ ਸਕਿਆ ਅਤੇ ਤੂੰ ਉਹਦੇ ਹੁਕਮ ਤੋਂ ਬੁੱਝਣ ਤੋਂ ਬਿਨਾਂ ਉਹਦੇ ਤੋਂ ਇਨਕਾਰੀ ਹੋ ਗਿਆ ਜਾਂ ਉਹਨੂੰ ਗਲਤ ਕਹਿ ਦਿੱਤਾ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜੇ ਬੰਦਾ ਪਰਮੇਸ਼ਰ ਦੀ ਰਜ਼ਾ ਦੇ ਨਾਲ ਉਹਦੇ ਹੁਕਮ ਦੇ ਨਾਲ ਇੱਕ ਸੁਰ ਹੋ ਜਾਵੇ ਤਾਂ ਜਗਤ ਵਿੱਚ ਜੋ ਕੁਝ ਵੀ ਉਹਨੂੰ ਬੁੱਝਣ ਦੇ ਵਿੱਚ ਆਏਗਾ ਉਹ ਠੀਕ ਹੀ ਆਏਗਾ। ਹੁਣ ਉਦਾਹਰਨ ਦੇ ਤੌਰ 'ਤੇ ਜੇ ਸੱਪ ਨੂੰ ਜ਼ਹਿਰ ਦਾ ਇੱਕ ਉਹਨੇ ਪਰਮੇਸ਼ਰ ਨੇ ਅੰਸ਼ ਨਾ ਪਾਇਆ ਹੋਵੇ ਤਾਂ ਸੱਪ ਦੀ ਕੀ ਹਾਲਤ ਹੋਵੇ। ਜੇ ਮਨੁੱਖ ਦੇ ਅੰਦਰ ਮੌਤ ਦਾ ਡਰ ਜਾਂ ਮੌਤ ਦੀ ਸਮਾਪਤਾ ਵਾਲਾ ਪੱਧਰ ਨਾ ਪਾਇਆ ਹੋਵੇ ਤਾਂ ਮਨੁੱਖ ਆਪਣੀ ਹਸਤੀ ਨੂੰ ਕਿੰਨਾ ਅਸੀਮ ਕਰ ਲਏ। ਦੁਨੀਆ ਦੇ ਵੱਡੇ ਤੋਂ ਵੱਡਾ ਜਿਹੜਾ ਸਮਰੱਥਾਵਾਨ ਹੈ ਉਹਦੇ ਅੱਗੇ ਵੀ ਮੌਤ ਦਾ ਅੰਕੁਸ਼ ਲੱਗਾ ਹੋਇਆ ਹੈ। ਕੀੜੀ ਹਸਤੀ ਵਰਗੇ ਹਾਥੀ ਵਰਗੇ ਜੀਵ ਦਾ ਇੰਨਾ ਬਲ ਹੈ, ਪਰ ਉਹਦੀ ਹਸਤੀ ਨੂੰ ਮਿਟਾਉਣ ਦੇ ਲਈ ਇੱਕ ਅਲਪ ਜਿੰਨੀ ਕੀੜੀ ਦਾ ਭਾਵ ਰੱਖਿਆ ਹੋਇਆ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਰਮ ਕਰੀਮ ਜੋ ਕਰ ਰਹੇ ਮੇਟ ਨਾ ਸਾਕਿਆ ਕੋਏ। ਪਰਮੇਸ਼ਰ ਦਾ ਕੀਤਾ ਜੋ ਸੰਸਾਰ ਵਿੱਚ ਵਰਤਦਾ ਹੈ ਉਹ ਇਸੇ ਪ੍ਰਕਾਰ ਹੀ ਚੱਲਣਾ ਚਾਹੀਦਾ। ਕਦੀ ਵੀ ਝੱਖ ਮਾਰ ਕੇ ਜਾਂ ਉਹਦੇ ਹੁਕਮ ਤੋਂ ਅਣਜਾਣ ਭਾਵ ਦੇ ਵਿੱਚ ਇਹ ਨਹੀਂ ਕਹਿਣਾ ਚਾਹੀਦਾ ਕਿ ਇਸ ਤਰ੍ਹਾਂ ਹੋ ਜਾਏ ਤਾਂ ਠੀਕ ਹੈ ਜਾਂ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ 3 ਸਲੋਕਾਂ ਦੁਆਰਾ ਸਾਨੂੰ ਅੱਜ ਵਿਆਖਿਆ ਦੀ ਬਖਸ਼ਿਸ਼ ਕਰਕੇ ਨਵਾਜਦੇ ਹਨ ਕਿ ਮਨੁੱਖਾ ਜਨਮ ਬੜਾ ਦੁਰਲੱਭ ਹੈ। ਦੁਬਾਰਾ ਇਹਦੀ ਪ੍ਰਾਪਤੀ ਦਾ ਜਾਂ ਇਹਦੇ ਹੋਣ ਦਾ ਕੋਈ ਪੱਕਾ ਨਿਸ਼ਚਿਤ ਕਾਰਨ ਨਹੀਂ ਹੈ। ਇਸ ਕਰਕੇ ਜਦੋਂ ਇੱਕ ਵਾਰੀ ਹੈ, ਔਰ ਇਸ ਗੱਲ ਹੈ ਕਿ ਗੁਰਬਾਣੀ 'ਚ ਵਾਕ ਆਉਂਦੇ ਹਨ, ਅਬ ਤੂੰ ਸੀਜ ਭਾਵੈ ਨਹੀਂ ਸੀਜੈ, ਕਾਸ ਸਵਰੈ ਮਨ ਪ੍ਰਗਟਿਆ ਈਜੈ। ਹੁਣ ਜਿਵੇਂ ਉਦਾਹਰਨ ਦੇ ਤੌਰ 'ਤੇ ਅਸੀਂ ਦੁਨਿਆਵੀ ਤੌਰ 'ਤੇ ਜਦੋਂ ਵੀ ਕੋਈ ਸਾਲ ਆਰੰਭ ਹੁੰਦਾ ਕਿੰਨੀਆਂ ਯੋਜਨਾਵਾਂ ਘੜਦੇ ਹਾਂ, ਆਪਣੀ ਡਾਇਰੀ ਆਦਿ ਕਿਤੇ ਵੀ ਲਿਖਦੇ ਹਾਂ ਔਰ ਪੂਰਾ ਸਾਲ ਉਹਦਾ ਯਤਨ ਕਰਦੇ ਹਾਂ ਕਿ ਜਿਹੜੀਆਂ ਯੋਜਨਾਵਾਂ ਖਿਆਲ ਬਣਾਏ ਨੇ ਉਹ ਪੂਰੇ ਹੋ ਜਾਣ। ਇਸ ਪ੍ਰਕਾਰ ਆਪਣੇ ਮਨੁੱਖਾ ਜੀਵਨ ਦਾ ਵੀ ਇੱਕ ਆਦਰਸ਼ ਬਣਾ ਲਈ ਕਿ ਆਪਣੇ ਜੀਵਨ ਦੀ ਜਿਵੇਂ ਜੀਵਨ ਦੀ ਆਉਦ ਮੰਨ ਕੇ ਚੱਲਣੀ ਚਾਹੀਦੀ ਹੈ। ਵੈਸੇ ਤਾਂ ਆਉਦ ਨਿਸ਼ਚਿਤ ਨਹੀਂ ਕਦੋਂ ਬਿਨਸ ਜਾਵੇ, ਪਰ ਜੇ ਮੰਨ ਕੇ ਚੱਲੀ ਜਾਵੇ ਤਾਂ ਆਪਣੇ ਆਦਰਸ਼ ਦੇ ਪ੍ਰਤੀ ਦਿਨ ਬਾ ਦਿਨ ਵਧਿਆ ਜਾਵੇ। ਸਰੀਰ ਦੀ ਆਉਦ ਤਾਂ ਦਿਨ ਦਿਨ ਘਟਦੀ ਹੈ, ਪਰ ਜੇ ਅਧਿਆਤਮਿਕ ਜੀਵਨ ਵਾਲੀ ਆਉਦ ਦਿਨ ਬਾ ਦਿਨ ਵਧਣੀ ਚਾਹੀਦੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਨੁੱਖਾ ਜਨਮ ਦੁਰਲੱਭ ਹੈ, ਦੁਬਾਰਾ ਹੋਣ ਦੀ ਕੋਈ ਸੰਭਾਵਨਾ ਨਹੀਂ। ਇਸ ਕਰਕੇ ਦੁਬਾਰਾ ਹੋਣ ਦੀ ਸੰਭਾਵਨਾ ਦੇ ਭਰਮ ਵਿੱਚ ਪੈ ਕੇ ਇਸ ਮਨੁੱਖ ਦੀ ਜੀਵਨ ਦੀ ਸਾਧਨਾ ਨੂੰ ਛੱਡ ਦੇਣ ਨਾਲੋਂ ਚੰਗਾ ਹੈ ਕਿ ਸਦਾ ਹੀ ਅਭਿਆਸ ਵਿੱਚ ਲੱਗੇ ਰਹੀਏ। ਅਤੇ ਇਸੇ ਪ੍ਰਕਾਰ ਜਦ ਜੀਵਨ ਦੇ ਵਿੱਚ ਅਕਾਲ ਪੁਰਖ ਨੂੰ ਜਾਣਨਾ ਹੈ ਤਾਂ ਆਪਣੀ ਸਾਰੀ ਮੈਂ ਮੇਰੀ ਦੇ ਭਰਮ ਛੱਡ ਦਿੱਤੇ ਜਾਣ ਤਾਂ ਉਹਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਰਮ ਕਰੀਮ ਜੋ ਕਰ ਰਹੇ। ਅਸਲ ਸੰਸਾਰ ਵਿੱਚ ਸਾਰੀ ਵਰਤਣ ਉਸ ਅਕਾਲ ਪੁਰਖ ਦੀ ਚੱਲਦੀ ਹੈ। ਉਸ ਅਕਾਲ ਪੁਰਖ ਦੀ ਵਰਤਣ ਨੂੰ ਮੰਨਣਾ ਚਾਹੀਦਾ ਹੈ। ਉਹ ਜਿਵੇਂ ਵੀ ਵਰਤੇ, ਦੁੱਖ ਕਰਕੇ ਵਰਤੇ, ਸੁੱਖ ਕਰਕੇ ਵਰਤੇ, ਉਸਤਤ ਕਰਕੇ ਵਰਤੇ, ਨਿੰਦਿਆ ਕਰਕੇ ਵਰਤੇ, ਉਵੇਂ ਹੀ ਰਹਿਣਾ ਚਾਹੀਦਾ। ਕਦੀ ਆਪਣਾ ਭਾਵ ਜਣਾ ਕੇ ਉਹਦੇ ਵਿੱਚ ਦਖਲ ਨਹੀਂ ਦੇਣਾ ਚਾਹੀਦਾ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ 3 ਸਲੋਕਾਂ ਦੁਆਰਾ ਸਾਨੂੰ ਬਖਸ਼ਿਸ਼ ਕਰਦੇ ਹਨ। ਕਿਰਪਾ ਕਰਨ ਭਗਤ ਸਾਹਿਬਾਨ ਜੀ ਸਲੋਕਾਂ ਦੇ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਣ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ ਜੀ। ਪਾਵਨ ਲੜੀਵਾਰ ਸਲੋਕਾਂ ਦੀ ਵਿਆਖਿਆ ਦੀ ਆਪ ਜੀ ਦੇ ਨਾਲ ਸਾਂਝ ਪਾਉਂਦਿਆਂ ਵਿਆਖਿਆ ਰੂਪ ਦੇ ਵਿੱਚ ਸੇਵਾ ਦਾ ਯਤਨ ਆਪ ਦੇ ਸਨਮੁਖ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।